ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪੁਰਾਵਰ ਨਾਥ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਿਦ ਸੇ ਵੈਰਾਗ ਪਦਰ, ਹਰ ਸੇ ਗਿਆਨ ਪਾਲ। ਸ਼ਿਵ ਸੇ ਵਿਕਾਰ ਨਾਸ, ਸਤਿਗੁਰ ਦਾਸ ਕੇ। ਸੀਤ ਕਰ ਜੈਸੇ ਸੀਤ ਕਰ, ਸੋ ਬਿਸਾਗਨ ਤੇ। ਤਿਮਰ ਹਰਨ ਸੇ ਤਿਮਰ ਮੋਹ ਫਾਸ ਕੇ। ਬਿਦ ਸੇ ਵੈਰਾਗ ਪਦਰ, ਹਰ ਸੇ ਗਿਆਨ ਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦੀਆਂ ਘੜੀਆਂ ਸਵਾਸਾਂ ਦੇ ਸਫਰ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਇਤਿਹਾਸ ਦੀ ਲੜੀਵਾਰ ਕਥਾ
ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਪੰਡਤ ਹਰਦਿਆਲ ਜੀ ਨੇ ਧਾਰਨਾ ਕੀਤਾ ਹੈ। ਜਦੋਂ ਸੱਚੇ ਪਾਤਸ਼ਾਹ ਜੀ ਦਾ ਨਾਮਕਰਨ ਕੀਤਾ ਹੈ, ਮਹਾਰਾਜ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਨੇ ਆਖਿਆ ਕਿ ਪੰਡਤ ਹਰਦਿਆਲ ਜੀ, ਇਹ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਮਿਲਵਾਂ ਜਿਹਾ ਨਾਮ ਹੈ। ਤੁਸੀਂ ਕੋਈ ਸੋਧ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਛਤਰੀ ਧਰਮ ਅਨੁਸਾਰ ਨਾਮ ਰੱਖਣਾ ਕਰੋ। ਫਿਰ ਪੰਡਤ ਹਰਦਿਆਲ ਜੀ ਨੇ ਆਖਿਆ ਸੀ ਬਾਬਾ ਕਾਲੂ ਜੀ ਦੇ ਤਾਈਂ ਕਿ ਇਹ ਕਲਯੁਗ ਦੇ ਅਵਤਾਰ ਹਨ। ਆਪ ਪਰਮੇਸ਼ਰ ਨੇ ਸਰੂਪ ਧਾਰਨ ਕੀਤਾ ਹੈ ਕਿ ਹਿੰਦੂ ਮੁਸਲਮਾਨ ਸਭ ਇਹਨਾਂ ਦੇ ਸਿੱਖ ਹੋਣਗੇ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਡਿਆਈ ਕਰਦਿਆਂ ਹੋਇਆਂ ਆਖਿਆ, ਆਸਮਾਨ, ਧਰਤੀ, ਬਨਸਪਤੀ ਸਭ ਇਹਨਾਂ ਦੀ ਆਗਿਆ ਵਿੱਚ ਰਹਿੰਦੇ ਹੈ। ਸੂਰਜ ਚੰਦਰਮਾ ਇਹਨਾਂ ਦਾ ਭੈ ਮੰਨਦੇ ਹੈ। ਹਵਾ ਇਹਨਾਂ ਨੂੰ ਹੀ ਪੁੱਛ ਕੇ ਰੁੱਖ ਬਦਲਦੀ ਹੈ। ਇਹ ਜਦੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰਨਗੇ, ਧਰਤੀ, ਪਹਾੜ, ਸਮੁੰਦਰ ਸਭ ਇਹਨਾਂ ਨੂੰ ਰਸਤਾ ਦੇਣਗੇ। ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਸਭ ਇਹਨਾਂ ਦੀ ਆਗਿਆ ਦਾ ਪਾਲਣ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਹੁਤ ਭਾਰੀ ਵਡਿਆਈ ਪੰਡਤ ਹਰਦਿਆਲ ਜੀ ਨੇ ਸ਼ਰਧਾ ਨਾਲ ਕਹੀ। ਇਉਂ ਸੱਚੇ ਪਾਤਸ਼ਾਹ ਜੀ ਦੇ ਫਿਰ ਨਾਮ ਦਾ ਵੀ ਅਰਥ ਜਿਹੜਾ ਸੀ ਉਹ ਕਰਨਾ ਕੀਤਾ ਕਿ ਨਾ ਅੰਨ ਅੱਕ, ਜਿਸ ਦੇ ਕੋਲ ਕੋਈ ਦੁੱਖ ਨਾ ਹੋਵੇ, ਉਹ ਕੌਣ ਹੈ? ਉਹ ਸਤ ਚਿੱਤ ਆਨੰਦ ਪਰਮੇਸ਼ਰ ਹੈ ਆਪ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਅਰਥ ਕੀਤਾ। ਪਹਿਲੇ ਨੰਨੇ ਨੂੰ ਪੁਰਖ ਦਾ ਵਾਚਕ ਦੱਸਿਆ, ਫਿਰ ਕੰਨੇ ਵਿੱਚੋਂ ਐੜਾ ਨਿਕਲਦਾ ਹੈ। ਫਿਰ ਇਹ ਪਾਠ ਜਿਹੜਾ ਹੈ ਦੂਸਰੇ ਨੰਨੇ ਤੋਂ ਐੜਾ ਕਰਕੇ ਤੇ ਅੰਨ ਤੇ ਅੱਕ ਪਾਠ ਜਿਹੜਾ ਇਹ 4 ਅੱਖਰਾ ਕਵਿਰਾਜ ਜੀ ਨੇ ਦੱਸਿਆ। ਅੱਕ ਨਾਮ ਦੁੱਖ ਦਾ ਹੈ। ਜਿਸ ਦੇ ਕੋਲ ਕਿਸੇ ਪ੍ਰਕਾਰ ਦਾ ਦੁੱਖ ਨਾ ਹੋਵੇ, ਉਹਦਾ ਨਾਮ ਨਾਨਕ ਹੈ। ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਹੈ ਇਹ ਪਰਮੇਸ਼ਰ ਦਾ ਵਾਚਕ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਡਤ ਹਰਦਿਆਲ ਜੀ ਨੇ ਇਹ ਨਾਮ ਦੱਸਿਆ। ਮਹਾਰਾਜ ਦੇ ਪਿਤਾ ਜੀ ਬੜੇ ਪ੍ਰਸੰਨ ਹੋਏ, ਬੜੀ ਭਾਰੀ ਨਾਮ ਦੀ ਮਹਿਮਾ ਕਹੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹੁਣ ਬਾਲ ਲੀਲਾ ਦੇ ਕੌਤਕ, ਸਤਿਗੁਰੂ ਜੀ ਦੇ ਕਿਵੇਂ ਸਰੀਰ ਵਿੱਚ ਬਲ ਭਰਦਾ ਹੈ, ਬਾਲ ਤਾਈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਕਵਿਰਾਜ ਬਿਆਨ ਕਰਦੇ ਹੈ। 5ਵਾਂ ਅਧਿਆਇ ਆਰੰਭ ਹੋ ਰਿਹਾ ਹੈ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਿਦ ਸੇਵੈ ਰਾਗ ਪਦਰ ਪ੍ਰਦ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪਣੇ ਦਾਸਾਂ ਤੇ ਜਿਹੜੇ ਦਾਸ ਸਤਿਗੁਰਾਂ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਹੈ, ਉਹਨਾਂ ਉੱਤੇ ਕੈਸੀ ਕਿਰਪਾ ਕਰਦੇ ਹਨ। ਇਹ ਕਵਿਰਾਜ ਫਰਮਾਉਂਦੇ ਨੇ, ਬਿਦ ਸੇਵੈ ਰਾਗ ਪ੍ਰਦ। ਕਹਿੰਦੇ ਬ੍ਰਹਮਾ ਵਰਗੇ ਸਤਿਗੁਰੂ ਜੀ ਵੈਰਾਗ ਦੇ ਦਾਤੇ ਹਨ। ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਗਰੀਬ ਨਵਾਜ ਵੈਰਾਗ ਦੀ ਦਾਤ ਦਿੰਦੇ ਹੈ। ਉਹ ਵੈਰਾਗ ਐਸਾ ਤਰ ਤੀਬਰ ਵੈਰਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਦੇ ਹੈ ਕਿ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਸਾਰੇ ਪਦਾਰਥ ਨਾਸ਼ਵੰਤ ਭਾਸਦੇ ਹੈ।
ਦੇਹ ਵੀ ਨਾਸ਼ਵੰਤ ਭਾਸਦੀ ਹੈ। ਸੱਚੇ ਪਾਤਸ਼ਾਹ ਜੀ ਐਸਾ ਵੈਰਾਗ ਦਾ ਪ੍ਰਸਾਦ ਦੇਣ ਵਾਲੇ ਹੈ। ਬ੍ਰਹਮਾ ਵਾਂਗ ਸਤਿਗੁਰੂ ਜੀ ਵੈਰਾਗ ਦੀ ਬਖਸ਼ਿਸ਼ ਕਰਦੇ ਹਨ। ਹਰ ਸੇ ਗਿਆਨ ਪਾਲ। ਹੁਣ ਸਾਰੀਆਂ ਚੀਜ਼ਾਂ ਇੱਕ ਦੇਵ ਦੇ ਕੋਲੋਂ ਨਹੀਂ ਮਿਲਦੀਆਂ, ਪਰ ਸਤਿਗੁਰੂ ਜੀ ਐਸੇ ਹਨ ਪੂਜਨੀਕ ਜਿਨ੍ਹਾਂ ਕੋਲ ਸਾਰੀਆਂ ਹੀ ਦਾਤਾਂ ਪ੍ਰਾਪਤ ਹੁੰਦੀਆਂ ਹਨ। ਇਸੇ ਕਰਕੇ ਕਿਹਾ ਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸੱਚੇ ਪਾਤਸ਼ਾਹ ਜੀ ਵਰਗਾ ਕੋਈ ਪੂਜਨੀਕ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਕਹਿੰਦੇ ਵਿਸ਼ਨੂੰ ਨੂੰ, ਵਿਸ਼ਨੂੰ ਵਰਗੇ ਸਤਿਗੁਰੂ ਜੀ ਗਿਆਨ ਦੇ ਪਾਲਕ ਹਨ। ਗਿਆਨ ਬਖਸ਼ ਕਰਕੇ ਫਿਰ ਪੜੋ। ਹਰ ਸੇ ਗਿਆਨ ਪਾਲ। ਗਿਆਨ ਨੂੰ ਅੰਦਰ ਬਖਸ਼ ਕਰਕੇ ਪਾਲਣ ਵਾਲੇ ਹੈ, ਭਾਵ ਸਦਾ ਗਿਆਨ ਅਰੂੜ ਰੱਖਦੇ ਆ ਆਪਣੇ ਸਿੱਖਾਂ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਗਿਆਨ ਦਾ ਪ੍ਰਕਾਸ਼ ਦੇਣ ਵਾਲੇ ਹਨ। ਸ਼ਿਵ ਸੇ ਵਿਕਾਰ ਨਾਸ। ਜਿਵੇਂ ਸ਼ਿਵਾ ਨੂੰ ਵਿਕਾਰਾਂ ਦਾ ਵਿਨਾਸ਼ਕਾਰੀ ਕਿਹਾ ਜਾਂਦਾ, ਜਿਵੇਂ ਕਾਮ ਨੂੰ ਸਾੜ ਦਿੱਤਾ ਸੀਗਾ, ਇਉਂ ਸੱਚੇ ਪਾਤਸ਼ਾਹ ਜੀ ਸ਼ਿਵਾ ਵਾਂਗੂ ਆਪਣੇ ਦਾਸਾਂ ਦੇ ਅੰਦਰੋਂ ਕਾਮ ਵਾਸ਼ਨਾ ਨੂੰ ਅਭਾਵ ਕਰ ਦੇਣ ਵਾਲੇ ਹੈ, ਨਾਸ਼ ਕਰ ਦੇਣ ਵਾਲੇ ਹੈ, ਵਿਕਾਰਾਂ ਨੂੰ ਖਤਮ ਕਰ ਦੇਣ ਵਾਲੇ ਹਨ, ਵਿਨਾਸ਼ਕਾਰੀ ਹਨ ਸੱਚੇ ਪਾਤਸ਼ਾਹ ਜੀ ਵਿਕਾਰਾਂ ਦੇ। ਸਤਿਗੁਰ ਦਾਸ ਕੇ। ਸਤਿਗੁਰੂ ਜੀ ਆਪਣੇ ਦਾਸਾਂ ਦੇ ਉੱਪਰ ਇਹ ਬਖਸ਼ਿਸ਼ ਰਹਿਮਤ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸੀਤ ਕਰ ਜੈਸੇ ਸੀਤ ਕਰ ਸੋ ਵਿਸ਼ਾਗਨ ਤੇ। ਜਿਹੜੀ ਇਸ ਪ੍ਰਕਾਰ ਵਿਸ਼ਿਆਂ ਦੀ ਅਗਨ ਹੈ ਨਾ ਅੰਦਰ, ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਬਲਦੀ ਹੋਈ ਵਿਸ਼ਿਆਂ ਦੀ ਅੱਗ ਨੂੰ ਚੰਦਰਮਾ ਵਾਂਗ ਸਤਿਗੁਰੂ ਜੀ ਠੰਡ ਪਾ ਦੇਣ ਵਾਲੇ ਹੈ। ਜਿਵੇਂ ਚੰਦਰਮਾ ਦੀਆਂ ਕਿਰਨਾਂ ਵਿੱਚੋਂ ਜਿਹੜੀਆਂ ਅੰਮ੍ਰਿਤ ਦੀਆਂ ਕਿਰਨਾਂ ਰਸ ਦੀਆਂ ਹਨ, ਫਲਾਂ ਵਿੱਚ ਬਨਸਪਤੀ ਵਿੱਚ ਰਸ ਭਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਸਿੱਖਾਂ ਰੂਪੀ ਬਨਸਪਤੀ ਦੇ ਅੰਦਰ ਰਸ ਭਰਨ ਵਾਲੇ ਹੈ ਕਿ ਨਾਮ ਰਸ ਨਾਲ ਸਾਰੇ ਹਿਰਦੇ ਸਰ ਸਬਜ ਕਰ ਦਿੰਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਚੰਦਰਮਾ ਦੀ ਨਿਆਈ ਬਲਦੇ ਹੋਏ ਹਿਰਦਿਆਂ ਨੂੰ ਵਿਸ਼ੇ ਅੱਗ ਨੂੰ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਠਾਰਨ ਵਾਲੇ ਹਨ। ਤਿਮਰ ਹਰਨ ਸੇ ਤਿਮਰ ਮੋਹ ਫਾਸ ਕੇ। ਤਿਮਰ ਹਰਨ ਕਹਿੰਦੇ ਆ ਸੂਰਜ ਨੂੰ, ਹਨੇਰੇ ਨੂੰ ਨਾਸ਼ ਕਰਨ ਵਾਲਾ ਕੌਣ ਹੈ? ਸੂਰਜ। ਸੱਚੇ ਪਾਤਸ਼ਾਹ ਜੀ ਮਹਾਰਾਜ ਸੂਰਜ ਦੀ ਨਿਆਈ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀ ਹਨੇਰ ਵਰਗੀ ਅੰਦਰ ਮੋਹ ਦੀ ਫਾਹੀ ਹੈ, ਉਹਨੂੰ ਸੱਚੇ ਪਾਤਸ਼ਾਹ ਜੀ ਕੱਟਣ ਵਾਸਤੇ ਸੂਰਜ ਵਾਂਗ ਪ੍ਰਕਾਸ਼ਵਾਨ ਹਨ। ਧਾਮ ਹਿਰਦੈ ਸ਼ੁੱਧ ਮਦ ਦੀਪਕ ਸੇ ਦੀਪ ਦਿਪੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦਾ ਹਿਰਦਾ ਸ਼ੁੱਧ ਕਰ ਦਿੰਦੇ ਆ, ਪਵਿੱਤਰ ਕਰ ਦਿੰਦੇ ਆ, ਤੇ ਪਵਿੱਤਰ ਸ਼ੁੱਧ ਹਿਰਦੇ ਰੂਪੀ ਘਰ ਦੇ ਅੰਦਰ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਹਿਰਦਾ ਮਲੀਨ ਹੋਵੇ ਫਿਰ ਅੰਦਰ ਪ੍ਰਕਾਸ਼ ਨਹੀਂ ਪ੍ਰਾਪਤ ਹੋ ਸਕਦਾ। ਪਹਿਲਾਂ ਸੱਚੇ ਪਾਤਸ਼ਾਹ ਜੀ ਵਿਕਾਰਾਂ ਦੀਆਂ ਮੈਲਾਂ ਜਿਹੜੀਆਂ ਨਾ ਉਹ ਅੰਦਰੋਂ ਧੋ ਦਿੰਦੇ ਆ ਮਹਾਰਾਜ। ਹਿਰਦਾ ਜਦੋਂ ਸ਼ੁੱਧ ਹੋ ਜਾਂਦਾ ਹਿਰਦਾ ਰੂਪੀ ਘਰ, ਫਿਰ ਇਸ ਹਿਰਦੇ ਰੂਪੀ ਘਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਗਿਆਨ ਦਾ ਦੀਪਕ ਬਾਲ ਦਿੰਦੇ ਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ। ਉਦੋਂ ਅੰਦਰੋਂ ਸਾਰਾ ਹੀ ਹਨੇਰਾ ਜਿਹੜਾ ਨਾ ਉਹ ਬਿਨਸ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਫਿਰ ਰਤਨ ਕੋਠੜੀ ਖੁੱਲੀ ਅਨੂਪਾ, ਜਿਹੜੀ ਅਮੋਲਕ ਰਤਨਾਂ ਦੀ ਅੰਦਰ ਕੋਠੜੀ ਹੈ ਉਪਮਾ ਤੋਂ ਰਹਿਤ, ਉਹ ਖੁੱਲ੍ਹ ਜਾਂਦੀ ਹੈ, ਉਹ ਦਿਖਾਈ ਦੇਣ ਲੱਗ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਆ, ਸਿੱਖਾਂ ਦੇ ਹਿਰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ੁੱਧ ਕਰ ਦਿੰਦੇ ਆ, ਪਵਿੱਤਰ ਕਰ ਦਿੰਦੇ ਆ, ਤੇ ਫਿਰ ਹਿਰਦੇ ਰੂਪੀ ਘਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਨਾਮ ਦਾ ਸਤਿਗੁਰੂ ਪ੍ਰਕਾਸ਼ ਕਰਨ ਵਾਲੇ ਹਨ। ਮਾਇਆ ਭਿੰਨ ਜੀਵ ਕੋ ਦਿਖਾਵੇ ਸੋ ਪ੍ਰਕਾਸ਼ ਕੇ। ਸੱਚੇ ਪਾਤਸ਼ਾਹ ਆਪਣਾ ਉਹ ਪ੍ਰਕਾਸ਼ ਦੇ ਕਰਕੇ ਨਾ ਮਾਇਆ ਤੋਂ ਭਿੰਨ ਆਪਣਾ ਆਪਾ ਮਹਾਰਾਜ ਵਿਖਾਲ ਦਿੰਦੇ ਆ। ਫਿਰ ਪਤਾ ਲੱਗ ਜਾਂਦਾ ਹੈ, ਸੋਝੀ ਹੋ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਮਾਇਆ ਨਹੀਂ ਨਾ ਵਿਆਪਦੀ। ਫਿਰ ਮਹਾਰਾਜ ਪ੍ਰਕਾਸ਼ ਦੀ ਜਦੋਂ ਦਾਤ ਦਿੰਦੇ ਆ ਨਾ, ਉਸ ਪ੍ਰਕਾਸ਼ ਦੀ ਰੌਸ਼ਨੀ ਵਿੱਚ ਆਪਣਾ ਆਪਾ ਆਪਣੇ ਸੇਵਕ ਨੂੰ ਮਹਾਰਾਜ ਜਣਾ ਦਿੰਦੇ ਹੈ।
ਮਾਇਆ ਤੋਂ ਭਿੰਨ ਕਰਕੇ ਵੱਖਰਾ ਕਰਕੇ ਵਿਖਾਲ ਦਿੰਦੇ ਹਨ। ਚਰਨ ਸਰਨ ਕਰ ਪਰਨ ਹਰਨ ਡਰ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੀ ਜੋ ਸ਼ਰਨ ਹੈ ਨਾ, ਕਵਿਰਾਜ ਕਹਿੰਦੇ ਐ ਮੈਂ ਭਿਖਾਰੀ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ, ਤੇ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਦਾ ਪਰਨ ਆਸਰਾ ਮੈਂ ਲੈਣਾ ਕੀਤਾ ਏ। ਹਰਨ ਡਰ। ਮਹਾਰਾਜ ਸੱਚੇ ਪਾਤਸ਼ਾਹ ਜੀ ਮੌਤ ਦਾ ਜਮਾਂ ਦਾ ਡਰ ਹਰ ਦੇਣ ਵਾਲੇ ਐ, ਨਾਸ ਕਰ ਦੇਣ ਵਾਲੇ ਐ। ਮਹਾਰਾਜ ਦੇ ਚਰਨਾਂ ਦੀ ਸ਼ਰਨ ਦਾ ਜਿਨ ਜਿਨ ਵੀ ਆਸਰਾ ਲਿਆ ਹੈ ਨਾ, ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਲੈਂਦਿਆਂ ਹੀ ਮੌਤ ਦਾ ਖੌਫ ਨਾਸ਼ ਹੋ ਜਾਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਚਰਨਾਂ ਦੀ ਸ਼ਰਨ ਲੈਣ ਨਾਲ ਜਮਾਂ ਦਾ ਭੈ ਨਹੀਂ ਵਿਆਪਦਾ ਹੈ। ਹਜੂਰ ਦੇ ਜੀਵਨ ਵਿੱਚ ਉਹ ਸਾਖੀ ਆਉਂਦੀ ਹੈ ਨਾ, ਜਦੋਂ ਮਹਾਰਾਜ ਜੀ ਨੂੰ ਚੋਰ ਲੁੱਟਣ ਲੱਗੇ ਸੀਗੇ ਤੇ ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਮਾਰਨ ਲੱਗੇ। ਮਹਾਰਾਜ ਕਹਿੰਦੇ ਭਾਈ ਤੁਸੀਂ ਸਾਨੂੰ ਮਾਰਦੇ ਕਾਹਦੇ ਤੋਂ? ਕਹਿੰਦੇ ਤੁਹਾਡੇ ਕੋਲ ਜੋ ਹੈ ਲੁੱਟ ਲਵਾਂਗੇ। ਹਜੂਰ ਕਹਿੰਦੇ ਸਾਡੀ ਇੱਛਾ ਇਹ ਹੈ ਕਿ ਜੇ ਸਾਨੂੰ ਮਾਰਨਾ ਹੀ ਹੈ ਤੇ ਉਹ ਚਿਖਾ ਬਲਦੀ ਹੈ, ਉੱਥੋਂ ਅੱਗ ਲਿਆ ਕੇ ਸਾਨੂੰ ਅੱਗ ਨਾਲ ਹੀ ਸਾੜ ਕੇ ਮਾਰ ਦਿਓ। ਤੇ ਦੋ ਚੋਰ ਮਹਾਰਾਜ ਸਾਹਿਬ ਜੀ ਦੇ ਕੋਲ ਖੜ ਗਏ। ਦੋ ਚੋਰ ਜਿਹੜੇ ਅੱਗ ਲੈਣ ਵਾਸਤੇ ਗਏ, ਉੱਥੇ ਕੀ ਕੌਤਕ ਉਹਨਾਂ ਨੇ ਤੱਕਿਆ, ਵੇਖਦੇ ਆ ਕਿਸੇ ਪਾਪੀ ਪੁਰਖ ਦੀ ਉਹ ਚਿਖਾ ਬਲ ਰਹੀ ਸੀ। ਤੇ ਉਸੇ ਸਮੇਂ ਉਹਨੂੰ ਜਿਹੜੇ ਸੀ ਲੈਣ ਵਾਸਤੇ ਜਮਦੂਤ ਆ ਪਹੁੰਚੇ ਸੀਗੇ। ਪਰ ਹਜੂਰ ਨੇ ਜਦੋਂ ਉਂਗਲ ਉਧਰ ਨੂੰ ਕੀਤੀ, ਉਸੇ ਸਮੇਂ ਰਾਮਗਣ ਪ੍ਰਗਟ ਹੋ ਕੇ ਲੈਣ ਵਾਸਤੇ ਆ ਗਏ। ਉਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੁੰਦਾ, ਚੋਰ ਵੇਖਣ ਲੱਗ ਪਏ। ਉਹ ਪਾਪੀ ਜਾਣ ਕਰਕੇ ਜਮ ਕਹਿੰਦੇ ਐ ਕਿ ਇਹ ਤਾਂ ਨਰਕਾਂ ਨੂੰ ਲੈ ਕੇ ਜਾਵਾਂਗੇ, ਬੜਾ ਭਾਰੀ ਪਾਪੀ ਹੈ, ਨਰਕਾਂ ਦਾ ਅਧਿਕਾਰੀ ਹੈ। ਰਾਮਗਣ ਕਹਿੰਦੇ ਠੀਕ, ਭਾਵੇਂ ਪਾਪੀ ਹੈ ਤੇ ਨਰਕਾਂ ਦਾ ਅਧਿਕਾਰੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਬਲ ਦੀ ਚਿਖਾ ਵੱਲ ਉਂਗਲ ਕਰ ਦਿੱਤੀ ਹੈ, ਇਸ ਕਰਕੇ ਇਹਦੇ ਸਾਰੇ ਹੀ ਪਾਪ ਮਹਾਰਾਜ ਨੇ ਦਗਦ ਕਰ ਦਿੱਤੇ, ਨਾਸ਼ ਕਰ ਦਿੱਤੇ ਸੱਚੇ ਪਾਤਸ਼ਾਹ ਨੇ। ਹੁਣ ਇਹ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ, ਇਹ ਤਾਂ ਸਦਗਤੀ ਨੂੰ ਪ੍ਰਾਪਤ ਹੋ ਗਿਆ ਹੈ। ਜਦੋਂ ਰਾਮਗਣ ਲੈ ਕਰਕੇ ਤੁਰ ਪਏ, ਇਹ ਸਾਰਾ ਕੁਝ ਉਹਨਾਂ ਚੋਰਾਂ ਵੇਖਿਆ। ਉੱਥੇ ਹੀ ਚਵਾਤੀ ਬਲਦੀ ਸਿੱਟ ਕੇ ਮਹਾਰਾਜ ਦੇ ਚਰਨੀ ਆ ਕਰਕੇ ਪੈ ਗਏ ਕਿ ਜਿਨ੍ਹਾਂ ਦੀ ਇੱਕ ਉਂਗਲ ਕਰਨ ਦੇ ਨਾਲ ਹੀ ਪਾਪੀ ਦਾ ਪਾਪ ਨਾਸ਼ ਹੋ ਸਕਦੇ ਹੈ। ਐਡਾ ਵੱਡਾ ਪਾਪੀ, ਉਹਦੇ ਸਾਰੇ ਹੀ ਪਾਪ ਨਸ਼ਟ ਹੋ ਗਏ ਹਜੂਰ ਦੇ ਉਂਗਲ ਕਰਨ ਨਾਲ ਹੀ। ਐਸੇ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਕਿਉਂ ਨਾ ਲਈਏ? ਸਾਰੇ ਹੀ ਮਹਾਰਾਜ ਜੀ ਦੇ ਚਰਨੀ ਪੈ ਗਏ ਚੋਰ। ਐਸੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਚਰਨਾਂ ਦੀ ਸ਼ਰਨ ਦਾ ਆਸਰਾ ਲੈਣੇ ਕਰਕੇ ਜਮਾਂ ਦਾ ਭੈ ਨਾਸ਼ ਹੋ ਜਾਂਦਾ ਏ। ਤਾਰਨ ਤਰਨ ਅਰਨਵ ਭਵ ਨਾਸ਼ ਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਤੋਂ ਤਾਰਨ ਵਾਸਤੇ ਮਹਾਰਾਜ ਜੀ ਦੇ ਚਰਨ ਜਿਹੜੇ ਨਾ, ਉਹ ਤਰਨ ਜਹਾਜ਼ ਦੀ ਨਿਆਈ ਹਨ ਤੇ ਸੰਸਾਰ ਸਮੁੰਦਰ ਤੋਂ ਮਹਾਰਾਜ ਜੀ ਤਾਰ ਲੈਂਦੇ ਆ ਆਪਣਾ ਸੇਵਕ ਜਾਣ ਕਰਕੇ। ਗਰੀਬ ਨਵਾਜ ਜੋ ਸਤਿਗੁਰਾਂ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਆ, ਭਾਵ ਜੰਮਣ ਦੀ ਮਰਨ ਦੀ ਪੀੜਾ ਸੱਚੇ ਪਾਤਸ਼ਾਹ ਜੀ ਹਰਨ ਵਾਲੇ ਆ, ਨਾਸ਼ ਕਰਨ ਵਾਲੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ੍ਰੀ ਬਾਲਾ ਸੰਧੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ। ਦੋਹਰਾ ਪਰਨਾ ਪਰ ਪੋਢਾਵਈ। ਪਲਨਾ ਪਰ ਪੋਢਾਵਈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੁਣ ਮਹਾਰਾਜ ਜੀ ਦਾ ਬਚਪਨ ਕਵਿਰਾਜ ਜੀ ਬਿਆਨ ਕਰਦੇ ਐ, ਭਾਈ ਬਾਲਾ ਜੀ ਸੁਣਾ ਰਹੇ ਐ। ਪਲਨਾ ਪਰ ਪੋਢਾਵਈ। ਪਲਨਾ ਕਹਿੰਦੇ ਆ ਪੰਘੂੜੇ ਨੂੰ। ਪੰਘੂੜੇ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਜਿਹੜਾ ਸਵਾਉਂਦੇ ਹਨ, ਉਹ ਲੰਮੇ ਪਾਉਂਦੇ ਹਨ। ਕਹਿ ਲਲਨਾ ਲੈ ਅੰਕ। ਤੇ ਕਦੇ ਪਿਆਰ ਨਾਲ ਲਾਲ ਕਹਿ ਕੇ ਲਡਾਉਂਦੇ ਹੋਏ ਮਾਤਾ ਜੀ ਆਪਣੀ ਗੋਦ ਵਿੱਚ ਹਜੂਰ ਨੂੰ ਚੁੱਕ ਲੈਂਦੇ ਆ। ਲਾਲਤ ਮਾਤ ਵਿਸਾਲ। ਬਹੁਤ ਜ਼ਿਆਦਾ ਮਾਤਾ ਜੀ ਲਾਲਤ ਲਡਾਉਂਦੇ ਹਨ। ਹਿਤ ਸੁੰਗਤ ਬਦਨ ਮਯੰਕ। ਚੰਦਰਮਾ ਵਰਗੇ ਮੁਖ ਨੂੰ ਬੜੇ ਪਿਆਰ ਦੇ ਨਾਲ ਚੁੰਮਦੇ ਆ ਮਾਤਾ ਤ੍ਰਿਪਤਾ ਜੀ। ਚੌਪਈ ਆਨਨ ਆਰਨ ਜਾਤ ਨਿਹਾਰੀ। ਸੱਚੇ ਪਾਤਸ਼ਾਹ ਜੀ ਦੇ ਆਨਣ ਮੁਖੜੇ ਦੀ ਜਿਹੜੀ ਲਾਲਗੀ ਹੈ ਨਾ, ਉਹ ਜਦੋਂ ਕੋਈ ਵੀ ਵੇਖਦਾ ਹੈ, ਕਮਲ ਸ੍ਰੀ ਕੇ ਮੁਖ ਵਰਗਾ ਸਤਿਗੁਰਾਂ ਜੀ ਦਾ ਪਵਿੱਤਰ ਮੁਖਾਰ ਬਿੰਦ ਖਿੜਿਆ ਹੋਇਆ। ਕਵੀ ਰਾਜ ਇੱਥੇ ਹੁਣ ਪ੍ਰਮਾਣ ਭਾਵੇਂ ਦਿੰਦੇ ਐ, ਪਰ ਦੱਸ ਆਏ ਐ ਕਿ ਸ੍ਰੀ ਗੁਰੂ ਜੀ ਦੀ ਬਰਾਬਰੀ ਕਮਲ ਫੁੱਲ ਨਹੀਂ ਕਰ ਸਕਦਾ।
ਚੰਦਰਮਾ ਨਹੀਂ ਕਰ ਸਕਦਾ, ਸੂਰਜ ਨਹੀਂ ਕਰ ਸਕਦਾ। ਇਉਂ ਇੱਕ ਅੰਗੀ ਪ੍ਰਮਾਣ ਦਿੰਦੇ ਐ ਕਿ ਜਿਹੋ ਜੀ ਲਾਲਗੀ ਕਮਲ ਫੁੱਲ ਤੇ ਹੁੰਦੀ ਹੈ, ਹਜ਼ੂਰ ਦੇ ਚਿਹਰਾ ਲਾਲਗੀ ਦੇ ਸਹਿਤ ਬੜੀ ਹੀ ਛੱਬ ਪਾਉਂਦਾ ਹੈ, ਬੜੀ ਸ਼ੋਭਾ ਵਾਲਾ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮੁਖਾਰ ਬਿੰਦ। ਤੇ ਜਿਹੜਾ ਵੀ ਨਿਹਾਰਦਾ ਹੈ, ਵੇਖਦਾ ਹੈ। ਲੀਲ ਲਲਤੰ ਆਰਤ ਹਾਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਪ੍ਰਕਾਰ ਜਿਹੜੀ ਸ਼ੋਭਾ ਹੈ ਨਾ, ਉਹ ਬਹੁਤ ਜ਼ਿਆਦੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ। ਚਿਹਰੇ ਦੀ ਜਿਹੜੀ ਇਸ ਪ੍ਰਕਾਰ ਲਲਤੰ ਸੁੰਦਰਤਾ ਹੈ, ਉਹ ਲੀਲ ਸ਼ੋਭਾ ਵਾਲੀ ਹੈ। ਤੇ ਜਿਹੜਾ ਵੀ ਕੋਈ ਵੇਖਦਾ ਹੈ, ਆਰਤ ਦੁੱਖਾਂ ਨੂੰ ਹਾਰੀ ਨਾਸ਼ ਹੀ ਕਰਨ ਵਾਲੀ ਹੈ। ਦੁੱਖ ਹੀ ਟੁੱਟਦੇ ਜਾਂਦੇ ਆ ਮਹਾਰਾਜ ਜੀ ਦਾ ਪਵਿੱਤਰ ਚਿਹਰਾ ਕਮਲ ਵਰਗਾ ਖਿੜਿਆ ਵੇਖ ਕਰਕੇ। ਲੋਚਨ ਅਮਲ ਕਮਲ ਦਲ ਜੈਸੇ। ਸਤਿਗੁਰੂ ਜੀ ਦੇ ਜਿਹੜੇ ਲੋਚਨ ਨੇਤਰ ਹਨ, ਇਹ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਹਨ, ਬੜੇ ਪਵਿੱਤਰ। ਨਾਸਾ ਤਿਲ ਪ੍ਰਸੂਨ ਨਹਿ ਵੈਸੇ। ਤੋ ਇਸ ਪ੍ਰਕਾਰ ਜਿਹੜਾ ਹੈ ਸੋ ਤਿਲ ਪ੍ਰਸੂਨ ਨਹਿ ਵੈਸੇ, ਜਿਹੜਾ ਇਸ ਪ੍ਰਕਾਰ ਕਹਿੰਦੇ ਹੈ ਕਿ ਜਿਹੜਾ ਫੁੱਲ ਮੰਨਿਆ ਜਾਂਦਾ ਹੈ, ਤੋ ਇਸ ਪ੍ਰਕਾਰ ਉਸ ਫੁੱਲ ਵਰਗੀਆਂ ਜਿਹੜੀਆਂ ਤਿਲ ਦਾ ਫੁੱਲ ਮੰਨਿਆ ਜਾਂਦਾ, ਪ੍ਰਸੂਨ ਦਾ ਜਿਹੜਾ ਫੁੱਲ ਹੈ, ਉਹ ਭਾਵ ਤਿਲ ਦੇ ਫੁੱਲ ਦੀ ਇੰਨੀ ਸੁੰਦਰਤਾ ਨਹੀਂ ਜੈਸੀ ਸੁੰਦਰਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਨਾਸਕਾਂ ਦੀ ਹੈ। ਸੁੰਦਰ ਅਲੰਕਾਰ ਘਰ ਵਾਏ। ਸੁੰਦਰ ਅਲੰਕਾਰ ਗਹਿਣੇ ਜਿਹੜੇ ਆ ਉਹ ਕਢਵਾਏ ਨੇ, ਮਾਤਾ ਜੀ ਨੇ ਬਣਵਾਏ ਹਨ। ਬਿਨ ਦੁਖਨ ਕੈ ਭੂਖਨ ਪਾਏ। ਬਿਨਾਂ ਦੋਸ਼ਾਂ ਤੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਐਸੇ ਸਤਿਗੁਰਾਂ ਜੀ ਦੇ ਗਹਿਣੇ ਜਿਹੜੇ ਆ ਉਹ ਧਾਰਨ ਕਰਵਾਏ ਨੇ। ਬਨੀ ਬਾਜਨੀ ਕਿੰਕਨ ਚਾਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੀ ਇਸ ਪ੍ਰਕਾਰ ਸੁੰਦਰ ਤੜਾਗੀ ਬੰਨੀ ਹੈ, ਉਹਦੇ ਵਿੱਚੋਂ ਬੜੀ ਹੀ ਸੁੰਦਰ ਜਿਹੜੀ ਆਵਾਜ਼ ਹੈ ਉਹ ਪ੍ਰਗਟ ਹੁੰਦੀ ਹੈ। ਕਟ ਮਹਿ ਪਾਈ ਅਤ ਛਬ ਵਾਰੀ। ਲੱਕ ਦੇ ਅੰਦਰ ਧਾਰਨ ਕਰਵਾਈ ਹੈ ਬਹੁਤੀ ਸ਼ੋਭਾ ਵਾਲੀ। ਕਟ ਮਹਿ ਕਟ ਪਦ ਨੂਪਰ ਸੋ ਹੈ। ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਕੜੇ ਤੇ ਪੈਰਾਂ ਵਿੱਚ ਝਾਂਜਰਾਂ ਸ਼ੋਭ ਰਹੀਆਂ ਨੇ। ਜੋ ਦੇਖੇ ਤਿਸ ਕੋ ਮਨ ਮੋਹ ਹੈ। ਜੋ ਵੀ ਕੋਈ ਵੇਖੇ ਉਸੇ ਦਾ ਹੀ ਮਨ ਮੋਹਿਆ ਜਾਵੇ। ਦੋਇ ਦੋਇ ਦਸਨ ਅਦਰ ਦੁੱਤ ਹੋਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦੋ ਉੱਪਰਲੇ ਦੰਦ ਤੇ ਦੋ ਹੀ ਥੱਲੜੇ ਦੰਦ, ਤੇ ਬੁੱਲਾਂ ਦੇ ਵਿੱਚ ਦੀ ਉਹ ਜਿਹੜੇ ਦੰਦ ਦਿਸਦੇ ਐ, ਉਹ ਐਸੀ ਸ਼ੋਭਾ ਹੁੰਦੀ ਹੈ। ਸੰਪਟ ਬਿਦਰਮ ਜਿਉ ਜੁਗ ਮੋਤੀ। ਕਹਿੰਦੇ ਜਿਵੇਂ ਮੂੰਗੇ ਦਾ ਸੰਪਟ ਡੱਬਾ ਹੁੰਦਾ ਹੈ ਨਾ, ਉਹਦੇ ਵਿੱਚੋਂ ਜਿਵੇਂ ਦੋ ਸੁੱਚੇ ਮੋਤੀ ਉੱਪਰਲੇ ਤੇ ਥੱਲੜੇ ਦੰਦ ਦਿਸਦੇ ਹੋਣ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਦੰਦ ਵੈ ਉਹ ਦਿਖਾਈ ਦਿੰਦੇ ਨੇ। ਅੰਗਣ ਮਹਿ ਰਿੰਗਣ ਗਤਕਾਰੀ। ਸੱਚੇ ਪਾਤਸ਼ਾਹ ਗਤਕਾਰੀ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਵਿਹੜੇ ਵਿੱਚ ਸਤਿਗੁਰੂ ਜੀ ਰਿੜਦੇ ਨੇ। ਚਰਨ ਚਰਣਾ ਬੁਝ ਖੈਂਚਤ ਬਲਹਾਰੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਾਂ ਦੇ ਬਲ ਨਾਲ ਸਤਿਗੁਰੂ ਜੀ ਇਉਂ ਖਿੱਚਦੇ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਉਂ ਚਰਨਾਂ ਦੇ ਭਾਰ ਪਾ ਕਰਕੇ ਸਤਿਗੁਰੂ ਜੀ ਖਲੋਂਦੇ ਹਨ। ਐਸੇ ਸਤਿਗੁਰਾਂ ਜੀ ਤੋਂ ਮੈਂ ਬਲਹਾਰ ਕੁਰਬਾਨ ਜਾਂਦਾ ਹਾਂ। ਹੇਰਤ ਹਸਤ ਹਸਾਵਤ ਔਰੀ। ਸੱਚੇ ਪਾਤਸ਼ਾਹ ਜੀ ਵੇਖ ਕਰਕੇ ਕਿਸੇ ਵੱਲ ਇਉਂ ਹੱਸ ਪੈਂਦੇ ਐ, ਹੋਰ ਜਿਹੜੇ ਆਉਂਦੇ ਉਹ ਸਾਰੇ ਹਸਾਉਂਦੇ ਹਨ ਗੁਰੂ ਸਾਹਿਬ ਜੀ ਨੂੰ। ਕਿਲਕਤ ਮੁਖ ਤੇ ਮਾਧੁਰ ਠੌਰੀ। ਤੇ ਕਦੇ ਮੁਖ ਤੋਂ ਕਿਲਕਾਰੀ ਮਾਰਦੇ ਐ, ਜਾਣੋ ਕਿ ਇਸ ਪ੍ਰਕਾਰ ਇਹ ਸੁਖ ਦਾ ਹੀ ਥਾਂ ਹੈ, ਮਿਠਾਸ ਦਾ ਹੀ ਥਾਂ ਹੈ। ਸਤਿਗੁਰੂ ਜੀ ਦਾ ਪਵਿੱਤਰ ਮੁਖਾਰ ਬਿੰਦ ਮੁਖ ਤੋਂ ਕਦੇ ਮਹਾਰਾਜ ਕਿਲਕਾਰੀ ਮਾਰਦੇ ਆ। ਬੇਦੀ ਕੁਲ ਕੀ ਆਨ ਬਧੂਟੀ। ਜੋ ਬੇਦੀਆਂ ਦੀ ਕੁਲ ਦੀਆਂ ਇਸਤਰੀਆਂ ਹਨ, ਉਹ ਆ ਕਰਕੇ ਮੂਰਤ ਪਿਖ ਜਨ ਆਨੰਦ ਬੂਟੀ। ਤੇ ਮੂਰਤ ਮਹਾਰਾਜ ਦਾ ਭਾਵ ਸਰੂਪ ਜਦੋਂ ਵੇਖਦੀਆਂ ਹਨ, ਕੀ ਵੇਖਦੀਆਂ ਹਨ ਕਿ ਇਹ ਆਨੰਦ ਦਾ ਹੀ ਘਰ ਹਨ। ਸੁਖ ਇੰਨਾ ਪ੍ਰਾਪਤ ਹੁੰਦਾ ਮਹਾਰਾਜ ਜੀ ਦਾ ਦਰਸ਼ਨ ਵੇਖ ਕਰਕੇ ਕਿ ਜਿਵੇਂ ਆਨੰਦ ਦਾ ਹੀ ਮੁੱਢ ਹਨ, ਆਨੰਦ ਦਾ ਹੀ ਕਾਰਨ ਹਨ। ਗਹਿ ਕਰ ਭੁਜ ਤੇ ਅੰਕ ਬਸਾਵਹਿ। ਮਹਾਰਾਜ ਜੀ ਨੂੰ ਗਹਿ ਕਰਕੇ ਭਾਵ ਪਕੜ ਕੇ ਬਾਹ ਤੋਂ ਤੇ ਆਪਣੀ ਗੋਦ ਵਿੱਚ ਬਿਠਾ ਲੈਂਦੀਆਂ ਨੇ। ਪਰਮ ਪ੍ਰੇਮ ਕਰ ਹਰਖ ਲਡਾਵਹਿ। ਬਹੁਤ ਪ੍ਰੇਮ ਕਰਕੇ ਖੁਸ਼ ਹੋ ਕਰਕੇ ਲਡਾਉਂਦੀਆਂ ਨੇ। ਬੋਲੇ ਬਚਨ ਤੋਤਰੇ ਮੀਠੇ। ਸੱਚੇ ਪਾਤਸ਼ਾਹ ਜੀ ਬਹੁਤ ਮਿੱਠੇ ਤੋਤਲੇ ਬਚਨ ਆਪਣੇ ਮੁਖ ਤੋਂ ਬੋਲਦੇ ਆ। ਸੁਨਹਿ ਨਾਰ ਨਰ ਲਾਗੇ
ਇਹ ਈਠੇ। ਜਿਹੜਾ ਵੀ ਕੋਈ ਪੁਰਸ਼ ਇਸਤਰੀ ਸੁਣਦਾ ਹੈ ਐਸੇ ਤੋਤਲੇ ਮਿੱਠੇ ਬਚਨਾਂ ਨੂੰ ਸੁਣ ਕਰਕੇ ਉਹਦਾ ਮਨ ਹੀ ਮੋਹਿਆ ਜਾਂਦਾ ਹੈ। ਬਹੁਤ ਪਿਆਰੇ ਲੱਗਦੇ ਆ ਸਤਿਗੁਰਾਂ ਜੀ ਦੇ ਬਚਨ। ਹੇ ਰਹਿਮਾਤ ਤਾਤ ਅਨੁਰਾਗ ਹੈ। ਮਾਤਾ ਜੀ ਸਤਿਗੁਰਾਂ ਦੇ ਪਿਤਾ ਜੀ ਜਦੋਂ ਵੇਖਦੇ ਆ ਬਹੁਤ ਪਿਆਰ ਕਰਦੇ ਨੇ। ਫਿਰਤ ਭੂਮਿਕਾ ਮ੍ਰਿਤਕਾ ਲੱਗ ਹੈ। ਧਰਤੀ ਦੇ ਉੱਤੇ ਫਿਰਦਿਆਂ ਹੋਇਆਂ ਜਦੋਂ ਮਿੱਟੀ ਲੱਗ ਜਾਂਦੀ ਹੈ, ਲਗੀ ਧੂੜ ਧਨ ਧੂਸਰ ਹੋਏ। ਜਦੋਂ ਧੂੜ ਲੱਗ ਜਾਂਦੀ ਹੈ ਤੇ ਸਰੀਰ ਮੈਲਾ ਹੋ ਜਾਂਦਾ ਏ। ਅੰਬ ਲੈ ਅੰਬਾ ਅੰਗ ਧੋਏ। ਮਾਤਾ ਜੀ ਤੇ ਸਮੇਂ ਲੈ ਕਰਕੇ ਜਲ ਨੂੰ ਤੇ ਇਸ਼ਨਾਨ ਕਰਵਾਉਂਦੇ ਆ। ਮਲ ਕਰ ਮੁਖ ਮੱਜਨ ਕਰਵਾਇਓ। ਮਲ ਕਰਕੇ ਮਾਤਾ ਜੀ ਨੇ ਮੁਖੜਾ ਜਿਹੜਾ ਸੀ ਉਹ ਧੋਤਾ, ਮੱਜਨ ਇਸ਼ਨਾਨ ਕਰਵਾਉਣਾ ਕੀਤਾ। ਪਹੁੰਚ ਸਰੀਰ ਅੰਕ ਬੈਸਾਇਓ। ਤੇ ਚੰਗੀ ਤਰ੍ਹਾਂ ਸੁੱਚੇ ਬਸਤਰ ਨਾਲ ਸਾਰਾ ਸਰੀਰ ਸਾਫ਼ ਕਰਕੇ ਪੂੰਛ ਕਰਕੇ ਸੁਕਾ ਕਰਕੇ ਉਹ ਚੰਗੀ ਤਰ੍ਹਾਂ ਮਾਤਾ ਜੀ ਨੇ ਫਿਰ ਆਪਣੀ ਗੋਦ ਵਿੱਚ ਬਿਠਾਉਣਾ ਕੀਤਾ। ਦੋਹਰਾ ਝਗਲੀ ਝੀਨ ਨਵੀਨ ਪੁੰਨ। ਫਿਰ ਸੱਚੇ ਪਾਤਸ਼ਾਹ ਜੀ ਦੇ ਨਵੀਂ ਬਰੀਕ ਜਿਹੜਾ ਸੀ ਤੇ ਸਮੇਂ ਜਿਹੜਾ ਚੋਲਾ ਝੱਗਾ ਉਹ ਪਹਿਨਾਉਣਾ ਕੀਤਾ। ਪਹਿਰਾਈ ਤਨ ਤਾਤ। ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਉੱਤੇ ਪਹਿਰਾਉਣਾ ਕੀਤੀ। ਪੈ ਕੋ ਪਾਨ ਕਰਾਏ ਕੈ। ਫਿਰ ਦੁੱਧ ਨੂੰ ਪਿਆ ਕਰਕੇ ਪੌੜਾਏ ਕਰਮਾਤ। ਮਾਤਾ ਜੀ ਨੇ ਫਿਰ ਇਉਂ ਸੁਆ ਦਿੱਤਾ। ਚੌਪਈ ਜੁਗਲ ਘਟੀ ਪਲਣਾ ਪਰਸੋਏ। 2 ਘੜੀਆਂ ਮਹਾਰਾਜ ਪੰਘੂੜੇ ਦੇ ਉੱਤੇ ਸੁੱਤੇ ਰਹੇ। ਜਾਗੇ ਬਹੁਰ ਸੁਚੇਤਨ ਹੋਏ। ਬਹੁਰੋ ਜਾਗ ਪਏ, ਫਿਰ ਚੇਤਨਤਾ ਆ ਗਈ ਸਰੀਰ ਵਿੱਚ। ਲਗੇ ਬਾਲ ਲੀਲਾ ਪੁਨ ਕਰਨੇ। ਫਿਰ ਮਹਾਰਾਜ ਬਾਲ ਲੀਲਾ ਕਰਨ ਲੱਗ ਪਏ। ਪਕਰੇ ਪਰਨਾ ਹੋਏ ਪਗ ਪਰਨੇ। ਸੱਚੇ ਪਾਤਸ਼ਾਹ ਜੀ ਪਕੜਦੇ ਆ ਪੰਘੂੜੇ ਨੂੰ ਤੇ ਪਕੜ ਕਰਕੇ ਪੈਰਾਂ ਭਾਰ ਖੜੇ ਹੁੰਦੇ ਆ। ਭਇਓ ਚਰਨ ਬਲ ਹੋਵੇ ਠਾਡੇ। ਸੱਚੇ ਪਾਤਸ਼ਾਹ ਜੀ ਚਰਨਾਂ ਦੇ ਉੱਤੇ ਬਲ ਪਾ ਕਰਕੇ ਖੜੇ ਹੋ ਜਾਂਦੇ ਨੇ। ਖੇਲੇ ਬਾਲਨ ਮਹਿ ਹਿਤ ਬਾਡੇ। ਬਹੁਤਾ ਹਿਤ ਪ੍ਰੇਮ ਵਧਿਆ ਬਾਲਕਾਂ ਵਿੱਚ ਖੇਲਣ ਦਾ। ਭੂਖਨ ਸ਼ਬਦ ਪਲਾਵਤ ਹੋਵਤ। ਜਦੋਂ ਮਹਾਰਾਜ ਦੌੜਦੇ ਆ ਉਸ ਸਮੇਂ ਪਾਏ ਹੋਏ ਜਿਹੜੇ ਸਰੀਰ ਤੇ ਗਹਿਣੇ ਆ ਉਹਨਾਂ ਨਾਲ ਆਵਾਜ਼ ਆਉਂਦੀ ਆ। ਨੈਣ ਛਬੀਲੇ ਛਬ ਸੋ ਜੋਵਤ। ਸੱਚੇ ਪਾਤਸ਼ਾਹ ਜੀ ਦੇ ਰਸ ਨਾਲ ਭਰੇ ਹੋਏ ਨੈਣ, ਸੋਭਾ ਦੇ ਘਰ ਸਤਿਗੁਰਾਂ ਜੀ ਦੇ ਨੇਤਰ ਬਹੁਤ ਪਿਆਰ ਨਾਲ ਸਾਰੇ ਸਤਿਗੁਰਾਂ ਜੀ ਵੱਲ ਵੇਖਦੇ ਆ। ਬਿਨ ਬੋਲੇ ਨਹਿ ਆਲੇ ਆਵਹਿ। ਸਤਿਗੁਰੂ ਜੀ ਜਿੰਨੂੰ ਜਿੰਨਾ ਚਿਰ ਮਾਤਾ ਜੀ ਆਵਾਜ਼ ਨਹੀਂ ਮਾਰਦੇ ਮਹਾਰਾਜ ਘਰੇ ਹੀ ਨਹੀਂ ਆਉਂਦੇ, ਖੇਡਦੇ ਰਹਿੰਦੇ ਆ ਬਾਹਰ ਬਾਲਕਾਂ ਵਿੱਚ। ਸਿਸ ਪਛਾਤ ਪਰਪ ਮਹਿਤਾਵਹਿ। ਜਦੋਂ ਮਹਾਰਾਜ ਗਲੀ ਵਿੱਚ ਸਤਿਗੁਰੂ ਜੀ ਤੁਰਦੇ ਆ ਦੌੜਦੇ ਆ, ਸਾਰੇ ਤਲਵੰਡੀ ਨਗਰ ਦੇ ਬੱਚੇ ਮਹਾਰਾਜ ਦੇ ਨਾਲ ਹੀ ਪਿੱਛੇ ਗਲੀ ਵਿੱਚ ਦੌੜਦੇ ਆ ਸਤਿਗੁਰਾਂ ਜੀ ਦੇ ਪਿੱਛੇ ਪਿੱਛੇ। ਜਨਨੀ ਅਸਨ ਹਕਾਰ ਖੁਆਵਹਿ। ਮਾਤਾ ਤ੍ਰਿਪਤਾ ਜੀ ਆਵਾਜ਼ ਮਾਰ ਕਰਕੇ ਬੁਲਾ ਕਰਕੇ ਭੋਜਨ ਖਵਾਉਂਦੇ ਆ। ਨਹਿ ਅਗਾਤ ਦੇਖਤ ਬਲ ਜਾਵਹਿ। ਮਾਤਾ ਜੀ ਦਾ ਹਿਰਦਾ ਨਹੀਂ ਰੱਜਦਾ, ਵੇਖਦਿਆਂ ਬਲਹਾਰ ਜਾਂਦੇ ਆ। ਬਹੁਤ ਮਾਤਾ ਜੀ ਪਿਆਰ ਕਰਦੇ ਆ। ਇਉਂ ਬੁਲਾ ਕਰਕੇ ਗੋਦ ਵਿੱਚ ਬਿਠਾ ਕੇ ਭੋਜਨ ਖਵਾਉਂਦੇ ਆ। ਦਿਲ ਨਹੀਂ ਰੱਜਦਾ, ਵੇਖ ਵੇਖ ਕੇ ਬਲਹਾਰ ਜਾਂਦੇ ਹਨ। ਦੋਹਰਾ ਦਦ ਅਰ ਓਦਨ ਮਾਤ ਤੇ। ਮਾਤਾ ਜੀ ਦੇ ਕੋਲੋਂ ਦਹੀਂ ਤੇ ਚੌਲ ਆਦਿਕ ਅਰਧਿਕ ਖਾਏ ਪਲਾਏ। ਅੱਧੇ ਕੁ ਛਕ ਕੇ ਫਿਰ ਮਹਾਰਾਜ ਭੱਜ ਜਾਂਦੇ ਆ। ਬਾਲਕ ਲੀਲਾ ਕਰਤ ਸਭ। ਸਾਰੀ ਇਹ ਬਾਲ ਲੀਲਾ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਅਲਖ ਜੋ ਲਖਿਆ ਨਾ ਜਾਏ। ਉਹ ਸਰੂਪ ਹਨ ਗੁਰੂ ਨਾਨਕ ਸਾਹਿਬ ਜੀ ਜੋ ਅਲੱਖ ਸਰੂਪ ਹੈ, ਜੋ ਮਨ ਬਾਣੀ ਸਰੀਰ ਕਰਕੇ ਲਖਿਆ ਨਹੀਂ ਜਾ ਸਕਦਾ ਹੈ, ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜੋ ਅਲੱਖ ਲਖਿਆ ਨਾ ਜਾਵੇ ਉਹ ਸਰੂਪ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਆਪ। ਚੌਪਈ ਲੈ ਕਰ ਕਾਲੂ ਅੰਕ ਦੁਲਾ ਰਹੇ। ਲੈ ਕਰਕੇ ਬਾਬਾ ਕਾਲੂ ਜੀ ਆਪਣੀ ਗੋਦ ਵਿੱਚ ਲਾਡ ਕਰਦੇ ਆ ਮਹਾਰਾਜ ਨੂੰ। ਪਾਵਤ ਸੁਖ ਕੋ ਬਦਨ ਨਿਹਾਰਹਿ। ਜਦੋਂ ਮਹਾਰਾਜ ਦਾ ਮੁਖ ਵੇਖਦੇ ਆ ਬਹੁਤ ਭਾਰੀ ਸੁਖ ਪਾਉਂਦੇ ਮਹਾਰਾਜ ਦੇ ਪਿਤਾ ਜੀ। ਤਜ ਕਰ ਜਨਕ ਅੰਕ ਕੋ ਜਾਵਹਿ। ਆਪਣੇ ਪਿਤਾ ਜੀ ਦੀ ਗੋਤ ਨੂੰ ਛੱਡ ਕਰਕੇ ਮਹਾਰਾਜ ਚਲੇ ਜਾਂਦੇ ਦੌੜਦੇ ਨੇ। ਰਲ ਬਾਲਨ ਸੋ ਖੇਲ ਮਚਾਵਹਿ। ਬਾਲਕਾਂ ਨਾਲ ਰਲ ਕਰਕੇ ਮਿਲ ਕਰਕੇ ਖੇਲ ਖੇਲਦੇ ਹਨ। ਸੁੰਦਰਤਾ ਮੰਦਰ ਮੁਖ ਹੇਰਹਿ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖ ਵੈ ਇਹ ਸੁੰਦਰਤਾ ਦਾ ਹੀ ਮੰਦਰ ਘਰ ਵੈ।
ਸਾਰੇ ਵੇਖਦੇ ਆ ਮਹਾਰਾਜ ਦੇ ਚਿਹਰੇ ਵੱਲ ਨੂੰ। ਜਿੱਧਰ ਦੀ ਮਹਾਰਾਜ ਲੰਘਦੇ ਐ ਸਭ ਵੇਖਦੇ ਹੀ ਰਹਿ ਜਾਂਦੇ ਹਨ। ਨਰ ਨਾਰੀ ਜਾਵਤ ਮਗ ਘੇਰੇ। ਤੇ ਜਦੋਂ ਮਹਾਰਾਜ ਜੀ ਤਲਵੰਡੀ ਨਗਰ ਦੀਆਂ ਗਲੀਆਂ ਵਿੱਚ ਸਤਿਗੁਰੂ ਜੀ ਖੇਡਦੇ ਆ ਨਾ ਬਾਲਕਾਂ ਦੇ ਨਾਲ, ਤੇ ਰਸਤੇ ਵਿੱਚ ਜਾਂਦੇ ਪੁਰਸ਼ ਇਸਤਰੀਆਂ ਮਹਾਰਾਜ ਜੀ ਨੂੰ ਅੱਗੋਂ ਘੇਰ ਕੇ ਖਲੋ ਜਾਂਦੇ ਆ। ਬੋਲੇ ਬੋਲ ਬੁਲਾਵੇ ਬਚਨਾ। ਜੋ ਸਤਿਗੁਰੂ ਜੀ ਨੂੰ ਬਚਨ ਬੁਲਾਉਂਦੇ ਆ ਮਹਾਰਾਜ ਉਹਨਾਂ ਦੇ ਨਾਲ ਬੋਲ ਬੋਲਦੇ ਹਨ ਆਪਣੇ ਮੁਖ ਤੋਂ। ਗੇਰਾ ਮਾਧੁਰੀ ਕੀ ਜਨ ਰਚਨਾ। ਜਦੋਂ ਮਹਾਰਾਜ ਬੋਲਦੇ ਆ ਜਾਣੋ ਕਿ ਮਿੱਠੀ ਬਾਣੀ ਦੀ ਹੀ ਰਚਨਾ ਹੈ। ਸਤਿਗੁਰਾਂ ਜੀ ਦੇ ਮੁਖ ਤੋਂ ਜਦੋਂ ਵਾਕ ਨਿਕਲਦੇ ਆ ਸੁਣ ਸੁਣ ਕੇ ਬਲਹਾਰ ਹੁੰਦੇ ਆ। ਕਰਹਿ ਪਰਸਪਰ ਲੋਕ ਲੁਗਾਈ। ਜਿਹੜੇ ਇਸ ਪ੍ਰਕਾਰ ਪੁਰਸ਼ ਇਸਤਰੀਆਂ ਹਨ ਉਹ ਆਪਸ ਵਿੱਚ ਗੱਲਾਂ ਕਰਦੇ ਆ ਕਾਲੂ ਭਾਗ ਅਹੈ ਅਧਕਾਈ। ਕਿ ਬਾਬਾ ਕਾਲੂ ਜੀ ਦੇ ਵੱਡੇ ਹੀ ਭਾਗ ਹਨ, ਜਿਸ ਆਵਾਸ ਸੁਤ ਅਸ ਉਪਜਿਓ। ਜਿਨ੍ਹਾਂ ਦੇ ਘਰ ਵਿੱਚ ਐਸੇ ਪੁੱਤਰ ਦਾ ਜਨਮ ਹੋਇਆ ਏ। ਸਭ ਬਿਦ ਸੋ ਨਿਹਾਲ ਭਵ ਭਇਓ। ਸਾਰੇ ਤਰੀਕਿਆਂ ਨਾਲ ਨਿਹਾਲ ਹੋ ਗਏ ਬਾਬਾ ਕਾਲੂ ਜੀ ਇਸ ਸੰਸਾਰ ਦੇ ਅੰਦਰ। ਇਹਨਾਂ ਦਾ ਜਨਮ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਏ। ਦੋਹਰਾ ਸਭੇ ਸੁਭਾਵਕ ਪ੍ਰੇਮ ਮਨ। ਤੇ ਸੁਤੇ ਸਿੱਧ ਹੀ ਸਭ ਦੇ ਮਨ ਦੇ ਅੰਦਰ ਪ੍ਰੇਮ ਉਪਜਦਾ ਏ। ਕਰਹਿ ਬਦਨ ਨਿਹਾਰ। ਜਦੋਂ ਮਹਾਰਾਜ ਦਾ ਚਿਹਰਾ ਵੇਖਦਾ ਕੋਈ ਵੀ ਸੁਤੇ ਹੀ ਉਹਦੇ ਅੰਦਰ ਪ੍ਰੇਮ ਉਮੜ ਆਉਂਦਾ ਹੈ। ਮਨ ਦੇ ਅੰਦਰ ਬਹੁਤ ਸ਼ਰਧਾ ਭਾਵ ਪ੍ਰਾਪਤ ਹੋ ਜਾਂਦਾ ਏ। ਜੈਸੇ ਜਾਤ ਸਮੁੰਦਰ ਮਹਿ। ਕਵਿਰਾਜ ਪ੍ਰਮਾਣ ਦਿੰਦੇ ਆ, ਕਹਿੰਦੇ ਸੁਤੇ ਕਿਵੇਂ ਹੁੰਦਾ, ਕਹਿੰਦੇ ਜਿਵੇਂ ਜਾਂਦੀਆਂ ਹਨ ਸਮੁੰਦਰ ਦੇ ਅੰਦਰ। ਸਭ ਸਿਰਤਾ ਕੋ ਬਾਰ। ਸਾਰਾ ਨਦੀਆਂ ਦਾ ਜਲ ਸਮੁੰਦਰ ਵੱਲ ਨੂੰ ਆਪਣੇ ਆਪ ਹੀ ਰਾਤ ਦਿਨ ਜੋ ਵੀ ਰਸਤੇ ਵਿੱਚ ਪਹਾੜ ਪੱਥਰ ਬ੍ਰਿਕਸ਼ ਆਉਂਦੇ ਸਭ ਨੂੰ ਤੋੜਦਾ ਭੰਨਦਾ ਦਰਿਆਵਾਂ ਦਾ ਜਲ ਸਮੁੰਦਰ ਵੱਲ ਨੂੰ ਹੀ ਚਲਿਆ ਜਾਂਦਾ ਸੁਤੇ ਸਿੱਧ ਹੀ। ਇਸੇ ਤਰ੍ਹਾਂ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਖਿੱਚ ਪਾਉਂਦਾ ਹੈ ਸਭ ਨੂੰ। ਜਦੋਂ ਕੋਈ ਵੇਖਦਾ ਹੈ ਤੇ ਉਹ ਆਕਰਸ਼ਿਤ ਹੀ ਹੋ ਜਾਂਦਾ ਹੈ, ਮਨ ਮੋਹਿਤ ਹੀ ਹੋ ਜਾਂਦਾ ਹੈ। ਲੋਕ ਅੱਗੇ ਖਲੋ ਖਲੋ ਕੇ ਮਹਾਰਾਜ ਜੀ ਨੂੰ ਰੋਕ ਲੈਂਦੇ ਆ ਤੇ ਇਉਂ ਗੱਲਾਂ ਕਰਦੇ ਆ। ਜਿਹੜੇ ਤਲਵੰਡੀ ਦੇ ਪੁਰਸ਼ ਇਸਤਰੀਆਂ ਮਹਾਰਾਜ ਨੂੰ ਜਿਵੇਂ ਪੁੱਛਦੇ ਹਜੂਰ ਬਚਨ ਕਹਿ ਕੇ ਫਿਰ ਬਾਲਕਾਂ ਨਾਲ ਖੇਲਣ ਲੱਗ ਜਾਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਵੇਖ ਕੇ ਸੁਤੇ ਹੀ ਆਨੰਦ ਆਉਂਦਾ ਹੈ। ਸੁਤੇ ਹੀ ਪ੍ਰੇਮ ਹਿਰਦੇ ਦੇ ਅੰਦਰ ਪ੍ਰਗਟ ਹੁੰਦਾ ਹੈ। ਜਿਵੇਂ ਨਦੀਆਂ ਦਾ ਜਲ ਸਮੁੰਦਰ ਵੱਲ ਨੂੰ ਜਾਂਦਾ ਸਮਾ ਜਾਂਦਾ ਏ। ਚਉਪਈ ਚਖ ਚਕੋਰ ਲੋਕਨ ਕੇ ਬ੍ਰਿੰਦਾ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦਰਸ਼ਨ ਮੈਂ ਨਾ ਉਹ ਤਾਂ ਚੰਦਰਮਾ ਦੀ ਨਿਆਈ ਹੈ। ਜਿਹੜੇ ਬਹੁਤ ਸਾਰੇ ਲੋਕ ਹਨ ਉਹਨਾਂ ਦੇ ਚਖ ਜਿਹੜੇ ਨੇਤਰ ਹੈ ਉਹ ਚਕੋਰਾਂ ਦੀ ਤਰ੍ਹਾਂ ਮਹਾਰਾਜ ਵੱਲ ਲੱਗੇ ਰਹਿੰਦੇ ਆ। ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ। ਆਨੰਦ ਦੇ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚੰਦਰਮਾ ਵਰਗੇ ਮੁਖ ਦੇ ਉੱਤੇ ਸਭ ਦੇ ਚਕੋਰਾਂ ਵਾਂਗ ਨੇਤਰ ਲੱਗੇ ਰਹਿੰਦੇ ਆ। ਸੁੰਦਰ ਰੂਪ ਹੇਰ ਰਵ ਨਿਆਈ। ਸਤਿਗੁਰੂ ਜੀ ਦਾ ਸੁੰਦਰ ਸਰੂਪ ਸੂਰਜ ਦੀ ਨਿਆਈ ਜਦੋਂ ਪ੍ਰਤਾਪਵਾਨ ਵੇਖਦੇ ਆ। ਜਨ ਅਰਬਿੰਦ ਬਦਨ ਬਿਗਸਾਈ। ਜਾਣੋ ਕਿ ਉਹਨਾਂ ਦੇ ਚਿਹਰੇ ਜਿਹੜੇ ਆ ਨਾ ਉਹ ਕਮਲ ਦੀ ਨਿਆਈ ਖਿੜ ਜਾਂਦੇ ਐ। ਸੂਰਜ ਦੀ ਨਿਆਈ ਸਤਿਗੁਰਾਂ ਜੀ ਦਾ ਦਰਸ਼ਨ ਹੈ। ਮਹਾਰਾਜ ਦੇ ਪਵਿੱਤਰ ਮੁਖਾਰ ਬਿੰਦ ਨੂੰ ਵੇਖ ਕਰਕੇ ਉਹਨਾਂ ਜੀਆਂ ਦੇ ਹੀ ਮੁਖ ਜਿਹੜੇ ਖਿੜ ਜਾਂਦੇ ਕਮਲ ਫੁੱਲ ਵਾਂਗੂ। ਕੰਟਕ ਜਿਉ ਸੁਨ ਕੈ ਬਰਬਾਨੀ। ਇਸ ਪ੍ਰਕਾਰ ਕਹਿੰਦੇ ਜਿਵੇਂ ਘੰਡੇ ਹੇੜੇ ਦਾ ਬਰ ਜਿਹੜਾ ਸ਼੍ਰੇਸ਼ਟ ਧੁਨੀ ਹੈ, ਜਿਹੜੀ ਆਵਾਜ਼ ਹੈ ਉਹ ਸੁਣ ਕਰਕੇ ਰਹਿ ਠਾਂਡ ਢਿੱਗ ਮ੍ਰਿਗਹਿ ਸਮਾਨੀ। ਜਿਹੜੇ ਮ੍ਰਿਗ ਹਿਰਨ ਮੈਂ ਨਾ ਉਹ ਘੰਡੇ ਹੇੜੇ ਦੀ ਆਵਾਜ਼ ਸੁਣ ਕਰਕੇ ਆ ਕੇ ਫਿਰ ਉੱਥੇ ਖੜ ਜਾਂਦੇ, ਉੱਥੇ ਸਿਰ ਰੱਖ ਦਿੰਦੇ ਐ। ਇਵੇਂ ਉਹਨਾਂ ਹਿਰਨਾਂ ਦੀ ਤਰ੍ਹਾਂ ਸਤਿਗੁਰਾਂ ਜੀ ਦੇ ਬੋਲ ਸੁਣ ਕਰਕੇ ਨਾ ਮਸਤ ਹੋ ਕਰਕੇ ਖਲੋਤੇ ਰਹਿੰਦੇ ਐ। ਇਉਂ ਸਾਰੇ ਲੋਕ ਉਹਨਾਂ ਨੂੰ ਹੋਰ ਸੁਰਤੀ ਭੁੱਲ ਜਾਂਦੀ, ਚੇਤਾ ਹੀ ਭੁੱਲ ਜਾਂਦਾ। ਇਉਂ ਉਸ ਘੰਡੇ ਹੇੜੇ ਦੀ ਆਵਾਜ਼ ਨੂੰ ਸੁਣਨ ਵਿੱਚ ਜਿਵੇਂ ਹਿਰਨ ਮਸਤ ਹੁੰਦਾ ਹੈ, ਉਸ ਹਿਰਨ ਵਰਗੀ ਉਹਨਾਂ ਦੀ ਹਾਲਤ ਹੈ। ਸਤਿਗੁਰਾਂ ਜੀ ਦੇ ਬਚਨ ਸੁਣਨ ਵਿੱਚ ਹੀ ਮੰਤਰ ਮੁਗਧ ਹੋ ਜਾਂਦੇ ਆ। ਇਹ ਬਿਦ ਬਾਲਕ ਲੀਲਾ ਕਰਹੀ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਲੀਲਾ ਹਜੂਰ ਕਰਦੇ ਆ। ਧਿਆਨ ਜੇ ਧਰਹਿ ਭਵੋ ਦਿਦ ਤਰਹੀ। ਜਿਹੜਾ ਧਿਆਨ ਕਰਦਾ ਸਤਿਗੁਰਾਂ ਜੀ ਦੇ ਐਸੇ ਸਰੂਪ ਦਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਲ ਅਵਸਥਾ ਦਾ ਕਵਿਰਾਜ ਕਹਿੰਦੇ ਜਿਹੜਾ ਧਿਆਨ ਕਰਦਾ ਏ
ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਏ। 5 ਬਰਖ ਕੀ ਹੋਈ ਬੈਸਾ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ 5 ਸਾਲ ਦੀ ਸਰੀਰਕ ਆਜੂ ਹਜੂਰ ਦੀ ਹੋਈ ਹੈ, ਕਰਨ ਲੱਗੇ ਕਾਰਜ ਪੁਨ ਐਸਾ। ਫਿਰ ਮਹਾਰਾਜ ਇਸ ਤਰ੍ਹਾਂ ਦਾ ਕਾਰਜ ਕਰਨ ਲੱਗੇ। ਲੈ ਵਸਤ ਘਰ ਬਾਹਰ ਧਾਵਹਿ। ਜੇ ਲੈ ਕਰਕੇ ਘਰ ਦੀਆਂ ਵਸਤੂਆਂ ਬਾਹਰ ਨੂੰ ਜਦੋਂ ਮਹਾਰਾਜ ਜਾਂਦੇ ਆ, ਜੋ ਲੇਵਹਿ ਸੋ ਜਾਏ ਗਵਾਵਹਿ। ਜਿਹੜੀ ਵੀ ਚੀਜ਼ ਲੈ ਕੇ ਜਾਂਦੇ ਆ ਉਹ ਮਹਾਰਾਜ ਬਾਹਰ ਹੀ ਗਵਾ ਆਉਂਦੇ ਆ। ਦੋਹਰਾ ਭਾਂਜਨ ਭੂਖਨ ਬਸਨ ਜੇ। ਚਾਹੇ ਭਾਂਡੇ ਹੋਣ, ਚਾਹੇ ਭੂਖਣ ਗਹਿਣੇ ਹੋਣ, ਤੇ ਚਾਹੇ ਬਸਨ ਬਸਤਰ ਹੋਣ, ਨਿਜ ਨਕੇਤ ਤੇ ਲੈ। ਆਪਣੇ ਘਰ ਤੋਂ ਲੈ ਕਰਕੇ ਜਾਏ ਨਿਰਸ ਤਹੈ ਜਾਏ ਤਹੈ। ਤੇ ਉੱਥੇ ਜਾ ਕਰਕੇ ਰੱਖ ਦਿੰਦੇ ਹਨ। ਜਹ ਅਗਾਤ ਦੀਨੇ। ਜਿੱਥੇ ਆਗਾਤ ਕੋਈ ਅਥਿਤੀ ਹੈ, ਦੀਨੇ ਜਿੱਥੇ ਕੋਈ ਦੀਨ ਗਰੀਬ ਹੈ, ਲੋੜਵੰਦ ਹੈ, ਉਹਦੇ ਤਾਈਂ ਮਹਾਰਾਜ ਘਰ ਦੇ ਬਸਤਰ, ਗਹਿਣੇ, ਭਾਂਡੇ ਆਦਿਕ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਆ। ਚਉਪਈ ਕਰਤ ਨਿਤਾ ਪ੍ਰਤ ਇਹ ਬਿਦਕਾਰ। ਇਹ ਕੰਮ ਮਹਾਰਾਜ ਰੋਜ਼ ਹੀ ਕਰਨ ਲੱਗ ਗਏ। ਨਿਤਾ ਪ੍ਰਤੀ ਰੋਜ਼ ਹੀ ਮਹਾਰਾਜ ਇਵੇਂ ਹੀ ਕਰਦੇ ਆ। ਦਇਆ ਕਰਨ ਕੋ ਜੇਹ ਵਿਵਹਾਰ। ਦਇਆ ਕਰਨ ਦਾ ਸਤਿਗੁਰਾਂ ਜੀ ਦਾ ਵਿਵਹਾਰ ਵੇਖੋ। ਬਚਪਨ ਤੋਂ 5 ਸਾਲ ਦੀ ਆਜੂ ਦਾਤਾ ਸਤਿਗੁਰੂ ਜੀ ਜੋ ਕੁਝ ਵੀ ਮਹਾਰਾਜ ਦੇ ਕੋਲ ਹੱਥੀਂ ਪ੍ਰਾਪਤ ਹੁੰਦਾ ਘਰ ਦੇ ਅੰਦਰ, ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ। ਇੱਕ ਬਾਸਰ ਇੱਕ ਭਾਂਜਨ ਲੀਨਾ। ਇੱਕ ਦਿਨ ਮਹਾਰਾਜ ਜੀ ਨੇ ਇੱਕ ਭਾਂਡਾ ਲੈਣਾ ਕੀਤਾ। ਰੰਕ ਪਿਖਿਓ ਇੱਕ ਤਹ ਸੁੱਟ ਦੀਨਾ। ਉਥੇ ਇੱਕ ਰੰਕ ਜਿਹੜਾ ਸੀ ਨਾ ਗਰੀਬ, ਮਹਾਰਾਜ ਜੀ ਨੇ ਵੇਖਣਾ ਕੀਤਾ ਤੇ ਉਹਦੇ ਅੱਗੇ ਸਤਿਗੁਰਾਂ ਜੀ ਨੇ ਉਹ ਭਾਂਡਾ ਜਿਹੜਾ ਸੀ ਮਹਾਰਾਜ ਦੀ ਬਚਪਨ ਦੀ ਅਵਸਥਾ ਉਹਦੇ ਅੱਗੇ ਸਿੱਟ ਦੇਣਾ ਕੀਤਾ। ਮੋਰ ਕਰ ਨਿਜ ਘਰ ਆਏ ਜਬ ਹੀ। ਜਦੋਂ ਮਹਾਰਾਜ ਮੁੜ ਕਰਕੇ ਆਪਣੇ ਘਰ ਵਿੱਚ ਵਾਪਸ ਆਏ, ਜਨਨੀ ਹੇਰੇ ਰੋਸੀ ਤਬ ਹੀ। ਮਾਤਾ ਜੀ ਨੇ ਵੇਖਿਆ ਤੇ ਬਹੁਤ ਸਮੇਂ ਗੁੱਸੇ ਵਿੱਚ ਆ ਗਏ। ਬੂਝਣ ਲੱਗੀ ਕਹਾਂ ਤੈ ਗੇਰਾ। ਪੁੱਛਣ ਲੱਗ ਪਏ ਮਾਤਾ ਜੀ ਕਿ ਭਾਂਡਾ ਕਿੱਥੇ ਸੁੱਟਿਆ ਏ। ਅਬ ਥੋ ਕਰ ਮਹਿ ਭਈ ਨਾ ਦੇਰਾ। ਹੁਣੇ ਹੀ ਹੱਥ ਵਿੱਚ ਫੜਿਆ ਸੀ, ਦੇਰ ਨਹੀਂ ਹੋਈ, ਕਿੱਥੇ ਚਲੇ ਗਿਆ ਭਾਂਡਾ। ਮੁਖ ਤੇ ਕਹਿ ਨਾ ਉੱਤਰ ਕੋ। ਮਹਾਰਾਜ ਜੀ ਮੁਖ ਤੋਂ ਮਾਤਾ ਜੀ ਨੂੰ ਕੋਈ ਉੱਤਰ ਨਹੀਂ ਹਜੂਰ ਕਹਿੰਦੇ। ਭਏ ਤੂਸ਼ਨੀ ਗਦਤਾ ਜੋ। ਮੁਕਤੀ ਦਾਤਾ ਸਤਿਗੁਰੂ ਜੀ ਮੁਖ ਤੋਂ ਚੁੱਪ ਧਾਰ ਲਈ ਹੈ। ਕਰ ਮਹਿਲੇ ਲੱਕੜੀ ਤਬ ਮਾਤਾ। ਮਾਤਾ ਜੀ ਨੇ ਆਪਣੇ ਹੱਥ ਵਿੱਚ ਤੇ ਸਮੇਂ ਇੱਕ ਲੱਕੜੀ ਸੋਟੀ ਲੈ ਕਰਕੇ ਡਰ ਪਾਵਨ ਲਾਗੀ ਨਿਜ ਤਾਤਾ। ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਜੀ ਡਰ ਪਾਉਣ ਲੱਗੇ। ਦੋਹਰਾ ਮ੍ਰਿਗ ਅਰ ਭਕਸੇ ਚਕਿਤ ਚਖ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਨੇਤਰ ਹਨ, ਹਿਰਨ ਦੇ ਬੱਚੇ ਵਰਗੇ 2 ਨੇਤਰ ਗਰੀਬ ਨਵਾਜ ਜੀ ਦੇ। ਕਰੇ ਨੀਚ ਡਰ ਮਾਤ। ਮਾਤਾ ਜੀ ਦੇ ਡਰ ਤੋਂ ਸਤਿਗੁਰਾਂ ਜੀ ਨੇ ਨੀਵੇਂ ਕਰ ਲਏ। ਉਹ ਨੇਤਰ ਜਿਨ੍ਹਾਂ ਨੇਤਰਾਂ ਨੂੰ ਵੇਖਣ ਲਈ ਦੇਵੀ ਦੇਵਤੇ ਤਰਸਦੇ ਐ, ਸੱਚੇ ਪਾਤਸ਼ਾਹ ਜੀ ਮਹਾਰਾਜ ਮਾਤਾ ਜੀ ਦੇ ਡਰ ਤੋਂ ਹਜੂਰ ਨੇ ਆਪਣੇ ਨੇਤਰ ਸੱਚੇ ਪਾਤਸ਼ਾਹ ਨੇ ਨੀਵੇਂ ਕਰ ਲਏ। ਸੱਜਲ ਭਏ ਝਖ ਦੋ ਮਨੋ। ਮਹਾਰਾਜ ਜੀ ਦੇ ਦੋਵੇਂ ਨੇਤਰ ਸੱਜਲ ਹੋ ਗਏ, ਅੱਖਾਂ ਭਰ ਆਈਆਂ ਸੱਚੇ ਪਾਤਸ਼ਾਹ ਜੀ ਦੀਆਂ। ਛੋਰਤ ਸਰਤਾ ਗਾਤ। ਕਹਿਣ ਲੱਗੇ ਜਾਣੋ ਜਿਵੇਂ 2 ਮੱਛ ਜਿਹੜੇ ਹਨ ਉਹੋ ਹੀ ਆਪਣੇ ਮੁਖ ਤੋਂ ਪਾਣੀ ਦੀਆਂ ਸਰਤਾਂ ਨਦੀਆਂ ਹੀ ਛੱਡ ਰਹੇ ਹੋਣ, ਇਸ ਤਰ੍ਹਾਂ ਮਹਾਰਾਜ ਜੀ ਦੇ ਨੇਤਰਾਂ ਤੋਂ ਜਲ ਜਿਹੜਾ ਹੈ ਉਹ ਪ੍ਰਗਟ ਹੋਇਆ ਏ। ਚਉਪਈ ਲਾਲੂ ਪਿਤਰ ਬੰਦ ਤਬ ਆਇਓ। ਤਦੋਂ ਪਿਤਾ ਦਾ ਭਰਾ ਛੋਟਾ ਭਾ ਬਾਬਾ ਲਾਲੂ ਜੀ ਮਹਾਰਾਜ ਦੇ ਚਾਚਾ ਜੀ ਤਦੋਂ ਆ ਗਏ। ਕਰੁਣਾ ਰਸ ਮਹਿ ਹੋ ਛੁਟਕਾਇਓ। ਕਿਰਪਾ ਦੇ ਰਸ ਵਿੱਚ ਆ ਕਰਕੇ ਨਾ ਬਾਬਾ ਲਾਲੂ ਜੀ ਨੇ ਤੇ ਸਮੇਂ ਆ ਕਰਕੇ ਮਾਤਾ ਜੀ ਝਿੜਕ ਰਹੇ ਸੀ, ਬਾਬਾ ਲਾਲੂ ਜੀ ਨੇ ਛਡਾਉਣਾ ਕੀਤਾ। ਰਿਸ ਕੀਨੇ ਕਹੀ ਪੁਨ ਵਾਕੂ। ਤੇ ਫਿਰ ਗੁੱਸੇ ਵਿੱਚ ਆ ਕਰਕੇ ਮਾਤਾ ਜੀ ਕਹਿਣ ਲੱਗੇ, ਬਹੁ ਔਗਨ ਕੀਨੇ ਇਨ ਪ੍ਰਾਕੂ। ਕਹਿਣ ਲੱਗੇ ਪਹਿਲਾਂ ਵੀ ਬੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਨੇ। ਲੈ ਸਦਨ ਤੇ ਵਸਤ ਜੋ ਹੈ ਰਹੇ। ਬਾਬਾ ਲਾਲੂ ਜੀ ਨੂੰ ਦੱਸਣ ਵਾਸਤੇ ਕਿ ਜੋ ਵੀ ਵਸਤੂਆਂ ਘਰ ਵਿੱਚੋਂ ਵੇਖਦੇ ਹਨ ਲੈ ਜਾਂਦੇ ਆ। ਬਾਹਰ ਨ ਆਨਹਿ ਬਾਹਰ ਗੇਰੇ। ਬਾਹਰ ਹੀ ਸੁੱਟ ਆਉਂਦੇ ਆ, ਬਾਹਰੋਂ ਵਾਪਸ ਨਹੀਂ ਲੈ ਕੇ ਆਉਂਦੇ। ਨਿਠੁਰ ਨਿਡਰ ਸੋ ਢੀਠ ਇਸ ਜੈਸਾ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ ਇਹ ਵਾਕ ਕਹੇ ਐ, ਮਾਤਾ ਜੀ ਕਹਿ ਸਕਦੇ ਆ ਨਾ, ਕਿਉਂਕਿ ਮਹਾਰਾਜ ਦੇ ਜਨਨੀ ਹਨ। ਸੱਚੇ ਪਾਤਸ਼ਾਹ ਜੀ ਦੇ ਬਚਪਨ ਵੈ
ਮਾਤਾ ਜੀ ਇਹ ਸ਼ਬਦ ਕਹਿ ਰਹੇ ਹਨ, ਫਿਰ ਪੜੋ। ਨਿਠੁਰ ਨਿਡਰ ਸੋ ਢੀਠ ਇਸ ਜੈਸਾ, ਕਠੋਰ ਤੇ ਨਿਡਰ ਤੇ ਮਹਾਰਾਜ ਜੀ ਨੂੰ ਢੀਠ ਸ਼ਬਦ ਕਿਹਾ ਇਹਨਾਂ ਵਰਗਾ। ਅਬ ਲੋ ਹਉ ਨਾ ਨਿਹਾਰਿਓ ਐਸਾ, ਅਜੇ ਤੱਕ ਮੈਂ ਨਹੀਂ ਐਸਾ ਕੋਈ ਵੀ ਵੇਖਿਆ ਹੈ। ਪੂਰਬ ਇਨ ਬਹੁ ਵਸਤ ਗਵਾਈ, ਪਹਿਲਾਂ ਵੀ ਬਹੁਤ ਜ਼ਿਆਦੀਆਂ ਵਸਤੂਆਂ ਇਹਨਾਂ ਨੇ ਗਵਾ ਦਿੱਤੀਆਂ ਨੇ। ਹਉ ਕਹਿ ਰਹੀ ਸਮਝ ਨਹਿ ਆਈ, ਮੈਂ ਕਹਿ ਰਹੀ ਪਰ ਇਹਨਾਂ ਨੂੰ ਸਮਝ ਨਹੀਂ ਆਈ। ਸਾਸਨ ਯੋਗ ਅਬਹਿ ਤੁਝ ਛੋਰਾ, ਮਹਾਰਾਜ ਜੀ ਦੇ ਤਾਈਂ ਕਹਿੰਦੇ ਐ ਕਿ ਸਜ਼ਾ ਦੇ ਯੋਗ ਸੀ ਪਰ ਹੁਣ ਮੈਂ ਛੱਡ ਦਿੱਤਾ ਏ। ਐਸਾ ਕਾਜ ਨ ਕਰ ਪਉਨ ਔਰਾ, ਫਿਰ ਹੋਰ ਦੁਬਾਰਾ ਇਹੋ ਜਿਹਾ ਕੰਮ ਕਦੇ ਨਹੀਂ ਕਰਨਾ। ਦੋਹਰਾ ਜਨਨੀ ਜਾਓ ਸਮਝਾਏ ਕੈ, ਇਸ ਤਰ੍ਹਾਂ ਮਾਤਾ ਜੀ ਸਮਝਾ ਕਰਕੇ ਔਰ ਭਰ ਆਇਓ ਨੇਹੋ, ਫਿਰ ਹਿਰਦੇ ਦੇ ਅੰਦਰ ਪ੍ਰੇਮ ਭਰ ਆਇਆ, ਮੋਹ ਭਰ ਆਇਆ ਮਾਤਾ ਜੀ ਦੇ ਅੰਦਰ। ਕਰ ਗਹਿ ਅੰਕ ਬਿਠਾਇਓ, ਫਿਰ ਹੱਥੋਂ ਫੜ ਕਰਕੇ ਮਾਤਾ ਜੀ ਨੇ ਆਪਣੇ ਵੱਲ ਖਿੱਚ ਕੇ ਗੋਦ ਵਿੱਚ ਬਿਠਾ ਲਿਆ। ਨਿਜ ਸੁਤ ਕਰੁਣਾ ਗੇਹੋ, ਆਪਣੇ ਪੁੱਤਰ ਨੂੰ ਤੇ ਸਮੇਂ ਕਰੁਣਾ ਦਾ ਗ੍ਰਹਿਕਾਰੀ ਬਣ ਗਏ। ਮਾਤਾ ਜੀ ਇਉਂ ਪਿਆਰ ਕਰਨ ਲੱਗੇ। ਅਥਵਾ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ। ਚੌਪਈ ਪੌਛਤ ਈਛਨ ਸਵਾਛਨਨ ਛਬ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵੱਛ ਪਵਿੱਤਰਤਾ ਵਾਲੀ ਸਭ ਸ਼ੋਭਾ ਹੈ। ਐਸਾ ਸ਼ੋਭਾ ਵਾਲਾ ਮੁਖੜਾ ਮਾਤਾ ਜੀ ਆਪਣੇ ਪੱਲੂ ਦੇ ਨਾਲ ਮਹਾਰਾਜ ਜੀ ਦੇ ਨੇਤਰ ਪੁੰਝਣ ਲੱਗ ਪਏ। ਛੱਕੀ ਮੋਹ ਮੈਂ ਪਿਖ ਜਨਨੀ ਤਬ, ਤਦੋਂ ਮਾਤਾ ਜੀ ਮੋਹ ਦੇ ਅੰਦਰ ਜਿਹੜੇ ਮਸਤ ਹੋ ਗਏ ਪਿਆਰ ਦੇ ਵਿੱਚ। ਪਸ਼ਚਾਤਾਪ ਕਰਤ ਚਿਤ ਮਾਹੀ, ਚਿੱਤ ਦੇ ਅੰਦਰ ਮਹਾਰਾਜ ਜੀ ਨੂੰ ਝਿੜਕਤਾ ਲਿਆ। ਮਾਤਾ ਜੀ ਪਸ਼ਚਾਤਾਪ ਕਰਨ ਲੱਗ ਪਏ, ਮਨ ਦੇ ਅੰਦਰ ਪਛਤਾਵਾ ਕਰਨ ਲੱਗ ਪਏ ਹਮਰੇ ਸਦਨ ਏਕ ਸੁਤ ਆਹੀ, ਕਿ ਸਾਡੇ ਘਰ ਵਿੱਚ ਤਾਂ ਇੱਕੋ ਹੀ ਪੁੱਤਰ ਹੈ। ਬਾਲ ਬੈਸ ਇਹ ਆਪਨ ਪਰ ਕੋ, ਬਾਲਕ ਉਮਰ ਵੈ, ਬਚਪਨ ਦੀ ਉਮਰ ਹੈ। ਆਪਣਾ ਤੇ ਪਰਾਇਆ ਜੋ ਉਹ ਇਹ ਨਹੀਂ ਜਾਣਦੇ। ਹਾਨ ਲਾਭ ਨਹਿ ਜਾਣਹਿ ਘਰ ਕੋ, ਲਾਭ ਕੀ ਹੈ ਹਾਨੀ ਕੀ ਹੈ, ਨਫਾ ਨੁਕਸਾਨ ਘਰ ਦਾ ਇਹ ਨਹੀਂ ਜਾਣਦੇ। ਵੱਡੋ ਹੋਏ ਸਮਝਾਹੇ ਸਭ ਰੀਤੀ, ਤੇ ਵੱਡੇ ਹੋ ਜਾਣਗੇ ਸਮਝਾ ਲਵਾਂਗੇ ਸਾਰੀਆਂ ਰੀਤੀਆਂ ਦੇ ਤਾਈਂ, ਸਭ ਤਰੀਕੇ ਸਿੱਖ ਜਾਣਗੇ। ਅਬ ਡਰ ਪਾਵਨ ਕੀ ਨਹਿ ਨੀਤੀ, ਹੁਣ ਡਰਾਉਣਾ ਜਿਹੜਾ ਨਾ, ਡਰ ਪਾਉਣ ਦੀ ਇਹ ਨੀਤੀ ਜਿਹੜੀ ਹੈ ਨਾ, ਇਹ ਚੰਗਾ ਕੰਮ ਨਹੀਂ, ਇਹ ਠੀਕ ਨਹੀਂ ਕੀਤਾ ਅਸੀਂ। ਔਰ ਵਿਚਾਰ ਕਰ ਇਹ ਬਿਦ ਮਾਤਾ, ਇਸ ਤਰ੍ਹਾਂ ਹਿਰਦੇ ਦੇ ਅੰਦਰ ਵਿਚਾਰ ਕਰਕੇ ਮਾਤਾ ਜੀ ਤਜਿਓ ਅੰਕ ਤੇ ਹਿਤ ਕਰ ਤਾਤਾ, ਹਿਤ ਕਰਕੇ ਪਿਆਰ ਕਰਦਿਆਂ ਹੋਇਆਂ ਮਾਤਾ ਜੀ ਨੇ ਗੋਦ ਵਿੱਚੋਂ ਤੇ ਸਮੇਂ ਜਿਹੜਾ ਸੀਨਾ ਉਠਾਇਆ ਏ। ਖੇਲਣ ਲੱਗੇ ਬਾਲਕਨ ਮਾਹੀ, ਫਿਰ ਬਾਲਕਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਖੇਲਣ ਲੱਗ ਪਏ ਗਰੀਬ ਨਵਾਜ। ਜਿਹ ਕੇ ਦਰਸ਼ਨ ਦੋਖ ਨਸਾਹੀ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਹੀ ਦੋਸ਼ ਨਾਸ਼ ਹੋ ਜਾਂਦੇ ਐ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਕਾਲੂ ਲੱਛਣ ਦੇਖ ਅਸ, ਜਦੋਂ ਬਾਬਾ ਕਾਲੂ ਜੀ ਨੇ ਮਹਾਰਾਜ ਦੇ ਇਹੋ ਜਿਹੇ ਲੱਛਣ ਵੇਖੇ ਐ, ਦੈਵਗ ਵਾਕ ਸੰਭਾਰ, ਤੇ ਪੰਡਤ ਹਰਦਿਆਲ ਜੀ ਦੇ ਜਿਹੜੇ ਕਹੇ ਹੋਏ ਬਚਨ ਸੀ ਮਹਾਰਾਜ ਦੇ ਅਵਤਾਰ ਧਾਰਨ ਦੇ ਸਮੇਂ, ਉਹਨਾਂ ਬਚਨਾਂ ਨੂੰ ਸੰਭਾਲ ਕੇ ਚੇਤੇ ਕਰਕੇ ਗਿਣਤ ਗਟੀ ਔਰ ਅਟਪਟੀ, ਤੇ ਆਪਣੇ ਹਿਰਦੇ ਦੇ ਅੰਦਰ ਜਿਹੜੀਆਂ ਵਿਚਾਰਾਂ ਕਰਦੇ ਜਾਂਦੇ ਆ ਉਲਟੀਆਂ ਪੁਲਟੀਆਂ, ਦੇਹ ਕੇ ਗਇਓ ਅਗਾਰ, ਇਉਂ ਹਿਰਦੇ ਵਿੱਚ ਉਲਟੀਆਂ ਪੁਲਟੀਆਂ ਵਿਚਾਰਾਂ ਕਰਦੇ ਹੋਏ ਬਾਬਾ ਕਾਲੂ ਜੀ ਪੰਡਤ ਹਰਦਿਆਲ ਜੀ ਦੇ ਘਰ ਵਿੱਚ ਚਲੇ ਗਏ। ਚੱਲਣਾ ਪੜੋ ਥੋੜਾ। ਚੌਪਈ ਦਿਜ ਕੋ ਦੇਖ ਬਦਨ ਤੇ ਬੋਲਿਓ, ਤੇ ਪੰਡਤ ਹਰਦਿਆਲ ਜੀ ਨੂੰ ਵੇਖ ਕਰਕੇ ਬਾਬਾ ਕਾਲੂ ਜੀ ਮੁਖ ਤੋਂ ਬੋਲੇ, ਕਹਿਣ ਲੱਗੇ, ਭਲੋ ਆਪ ਨੇ ਜੋਤਿਸ਼ ਟੋਲਿਓ, ਇਹ ਕਿ ਭਲਾ ਚੰਗਾ ਜੋਤਿਸ਼ ਤੁਸੀਂ ਜਿਹੜਾ ਹੈ ਉਹ ਖੋਜਣਾ ਕੀਤਾ ਹੈ, ਟੋਲਣਾ ਕੀਤਾ ਏ। ਤੁਮਰੋ ਕਹਿਓ ਨਾ ਫੁਰ ਭਾ ਏਕੂ, ਤੁਹਾਡਾ ਕਿਹਾ ਹੋਇਆ ਪੰਡਤ ਜੀ ਇੱਕ ਵੀ ਬਚਨ ਨਹੀਂ ਫੁਰਿਆ, ਪੂਰਾ ਨਹੀਂ ਹੋਇਆ। ਵਰਣਨ ਕੀਨੇ ਗੁਣ ਜੋ ਅਨੇਕੂ, ਜੋ ਅਨੇਕਾਂ ਹੀ ਗੁਣ ਤੁਸੀਂ ਵਰਣਨ ਕੀਤੇ ਸੀ ਨਾ, ਉਹ ਇੱਕ ਵੀ ਗੁਣ ਨਹੀਂ ਪ੍ਰਗਟ ਹੋਇਆ। ਦੇਹ ਕੇ ਲੱਛਣ ਤੇ ਮੈਂ ਜਾਣੀ, ਤੇ ਇਹਨਾਂ ਦੇ ਲੱਛਣਾਂ ਤੋਂ ਜਿਹੜੇ ਚਿੰਨ ਪ੍ਰਗਟ ਹੋ ਰਹੇ ਐ, ਮੈਂ ਤਾਂ ਇਹ ਗੱਲ ਜਾਣੀ ਐ। ਧਨ ਹਾਨੀ ਹੋਏ ਮਨ ਅਨੁਮਾਨੀ, ਮੈਂ ਮਨ ਦੇ ਅੰਦਰ ਅਨੁਮਾਨ ਲੈ ਲਿਆ ਕਿ ਧਨ ਦਾ ਹੀ ਨੁਕਸਾਨ ਕਰਨਗੇ। ਭਲੋ ਛਤਰ ਮੁਝ ਧਾਮ ਫਿਰਾਇਓ, ਚੰਗਾ ਛਤਰ ਮੇਰੇ ਘਰ ਤੇ ਫਰਾਇਆ ਹੀ ਪੰਡਤ ਜੀ। ਇਉਂ ਮਹਾਰਾਜ ਸਾਹਿਬ ਜੀ ਨੂੰ ਕਿਹਾ ਸੀ ਨਾ ਪੰਡਤ ਹਰਦਿਆਲ ਜੀ ਨੇ
ਕਿ ਤੁਹਾਡੇ ਘਰ ਵਿੱਚ ਛਤਰ ਫਿਰੇਗਾ, ਇਹਨਾਂ ਦੇ ਸੀਸ ਤੇ ਛਤਰ ਫਿਰੇਗਾ। ਤੇ ਮਹਾਰਾਜ ਦੇ ਪਿਤਾ ਜੀ ਗੁੱਸੇ ਵਿੱਚ ਆ ਕੇ ਪੰਡਤ ਜੀ ਨੂੰ ਕਹਿੰਦੇ ਆ ਕਿ ਪੰਡਤ ਜੀ ਚੰਗਾ ਮੇਰੇ ਘਰ ਤੇ ਛਤਰ ਫਿਰਾਇਆ ਜੇ। ਅਗਲੀ ਦੀਨੀ ਵਸਤ ਗਵਾਇਓ, ਅਗਲੀਆਂ ਜਿਹੜੀਆਂ ਪਹਿਲੀਆਂ ਵਸਤੂਆਂ ਦਿੱਤੀਆਂ ਉਹ ਵੀ ਗਵਾ ਦਿੱਤੀਆਂ ਨੇ। ਜੋ ਲੇਵਹਿ ਸੋ ਜਾਏ ਗਵਾਵਹਿ, ਜੋ ਵੀ ਲੈਂਦੇ ਆ ਉਹ ਜਾ ਕਰਕੇ ਗਵਾ ਆਉਂਦੇ ਆ। ਬੂਝਹਿ ਜੇ ਨਹਿ ਕਛੂ ਬਤਾਵਹਿ, ਜੇ ਪੁੱਛੀਏ ਤੇ ਅੱਗੋਂ ਕੁਝ ਦੱਸਦੇ ਨਹੀਂ। ਗਣਨਾ ਗਿਨੀ ਗੁਨੀ ਨਿਰਗੁਨੀ, ਇਹ ਤੁਸੀਂ ਜਿਹੜੀ ਗਿਣਤੀ ਗਿਣੀ ਸੀਗੀ ਜੋਤਿਸ਼ ਦੀ, ਉਹ ਗੁਣਾਂ ਵਾਲੀ ਕੋਈ ਸ਼ੁਭ ਲੱਛਣਾਂ ਵਾਲੀ ਗਿਣੀ ਸੀ ਕਿ ਜਾਂ ਅਸ਼ੁਭ ਲੱਛਣਾਂ ਵਾਲੀ ਗਿਣੀ ਸੀ? ਉਹ ਪੰਡਤ ਜੀ ਨੂੰ ਪੁੱਛਦੇ ਆ ਮਹਾਰਾਜ ਦੇ ਪਿਤਾ ਜੀ। ਤੁਮ ਗੁਣਵਾਨ ਭਨੀ ਅਨਬਨੀ, ਤੁਸੀਂ ਬੜੇ ਸਿਆਣੇ ਹੋ ਪੰਡਤ ਜੀ, ਪਰ ਉਲਟ ਜੀ ਗੱਲ ਤੁਹਾਡੇ ਤੋਂ ਅਣਬਣੀ ਜੀ ਗੱਲ ਕਹੀ ਗਈ ਲੱਗਦੀ ਹੈ। ਦੋਹਰਾ ਮਨ ਹਰ ਖਾਵਨ ਕੇ ਨਮਿਤ, ਤੇਜ਼ ਨਹੀਂ ਨਾ ਥੋੜੀ ਇੰਨੀ ਤੇਜ਼ ਕਿਉਂ ਅੱਜ? ਦੋਹਰਾ ਮਨ ਹਰ ਖਾਵਨ ਕੇ ਨਮਿਤ, ਮਨ ਜਾਂ ਕਿ ਮਹਾਰਾਜ ਦੇ ਪਿਤਾ ਜੀ ਕਹਿੰਦੇ ਆ ਕਿ ਮੇਰੇ ਮਨ ਨੂੰ ਖੁਸ਼ ਕਰਨ ਵਾਸਤੇ ਮੁਝ ਸੋ ਕਿਦੋਂ ਸੁਨਾਏ, ਜਾਂ ਮੇਰੇ ਤਾਈਂ ਇਸ ਪ੍ਰਕਾਰ ਜਾਂ ਸੁਣਾਇਆ ਏ ਗਣਨਾ ਕਰਤੇ ਚੁੱਕ ਗਏ, ਕਿ ਜਾਂ ਗਿਣਤੀ ਕਰਦੇ ਹੋਏ ਹੀ ਭੁੱਲ ਗਏ ਹੋ, ਕਿਦੋਂ ਨਾ ਜਾਣਿਓ ਜਾਏ, ਕਿ ਜਾਂ ਤੁਹਾਡੇ ਕੋਲੋਂ ਜਾਣਿਆ ਹੀ ਨਹੀਂ ਗਿਆ ਅਸਲ ਗੱਲ ਨੂੰ। ਚਉਪਈ ਸੁਨ ਕਰ ਦਿਜਬਰ ਕਾਲੂ ਬਾਨੀ, ਤੇ ਸਮੇਂ ਪੰਡਤ ਹਰਦਿਆਲ ਜੀ ਸੁਣ ਕਰਕੇ ਬਾਬਾ ਕਾਲੂ ਜੀ ਦੇ ਬਚਨ, ਹੁਤੀ ਅਸ਼ਰਦਾ ਮਹਿ ਲਪਟਾਨੀ, ਜੋ ਸੁਣਿਆ ਪੰਡਤ ਹਰਦਿਆਲ ਜੀ ਨੇ ਬਾਬਾ ਕਾਲੂ ਜੀ ਦੇ ਬਚਨ ਜੋ ਅਸ਼ਰਦਾ ਦੇ ਅੰਦਰ ਸਾਰੇ ਮਿਲੇ ਹੋਏ ਹੈ। ਤਿਸ ਉਰ ਸ਼ਰਦਾ ਦੇਵਨ ਹੇਤੂ, ਪੰਡਤ ਹਰਦਿਆਲ ਜੀ ਬਾਬਾ ਕਾਲੂ ਜੀ ਦੇ ਹਿਰਦੇ ਵਿੱਚ ਸ਼ਰਧਾ ਦੇਣ ਵਾਸਤੇ ਬੋਲਿਓ ਬਚਨ ਬਿਪਰ ਕੁਲ ਕੇਤੂ, ਵਿਪਰ ਕੁਲ ਭਾਵ ਪੰਡਤ ਕੁਲ ਦੇ ਜਿਹੜੇ ਨਿਸ਼ਾਨ ਪੰਡਤ ਹਰਦਿਆਲ ਜੀ ਤੇ ਸਮੇਂ ਕਹਿਣ ਲੱਗੇ ਆਪਣੇ ਮੁਖ ਤੋਂ, ਇੱਕ ਲੱਛਣ ਮੈਂ ਤਬ ਹੀ ਹੀਰਾ, ਕਹਿਣ ਲੱਗੇ ਬਾਬਾ ਕਾਲੂ ਜੀ ਇੱਕ ਲਕਸ਼ਣ ਤਾਂ ਮੈਂ ਉਸੇ ਵੇਲੇ ਹੀ ਵੇਖ ਲਿਆ ਸੀਗਾ। ਕਹਿਓ ਨਾ ਸੋ ਪਿਖ ਆਨੰਦ ਤੇਰਾ, ਤੁਹਾਡਾ ਆਨੰਦ ਵੇਖ ਕੇ ਉਸ ਸਮੇਂ ਤੁਸੀਂ ਬਹੁਤ ਖੁਸ਼ ਸੀ, ਬੜੀਆਂ ਵਧਾਈਆਂ ਮਿਲ ਰਹੀਆਂ ਸੀ। ਤੁਹਾਡਾ ਹਿਰਦੇ ਦਾ ਆਨੰਦ ਵੇਖ ਕਰਕੇ ਮੈਂ ਨਹੀਂ ਸੀ ਕਿਹਾ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ, ਉਹ ਪ੍ਰਗਟ ਹੋ ਗਿਆ ਬਚਨ, ਹੁਣ ਮੈਂ ਜਾਣ ਲਿਆ ਏ। ਜੋ ਤੋਸੋ ਨਹਿ ਤਬਹਿ ਬਖਾਨਿਓ, ਜੋ ਬਚਨ ਤੁਹਾਡੇ ਨਾਲ ਮੈਂ ਉਦੋਂ ਨਹੀਂ ਸੀ ਕਿਹਾ। ਬਾਲਕ ਕੇ ਸੰਬੰਧੀ ਜੇਤੇ, ਬਾਲਕ ਦੇ ਜਿੰਨੇ ਵੀ ਸੰਬੰਧੀ ਰਿਸ਼ਤੇਦਾਰ ਹਨ ਇਹਨਾਂ ਦੇ, ਮਹਿਮਾ ਲਖ ਨਾ ਸਕੇਗੇ ਤੇਤੇ, ਉਹ ਸਾਰੇ ਹੀ ਮਹਿਮਾ ਨਹੀਂ ਲੱਖ ਸਕਣਗੇ, ਇਹਨਾਂ ਦੀ ਵੱਡੀ ਵਡਿਆਈ ਨਹੀਂ ਜਾਣ ਸਕਣਗੇ। ਅਵਰ ਅਨੇਕ ਮੁਨਜ ਵਰਸਾਵਹਿ, ਹੋਰ ਅਨੇਕਾਂ ਹੀ ਲੋਕ ਇਹਨਾਂ ਤੋਂ ਬਰੋਸ ਹੋ ਜਾਣਗੇ। ਜਿਹੜਾ ਵੀ ਸ਼ਰਨ ਆਵੇਗਾ ਖਾਲੀ ਨਹੀਂ ਜਾਵੇਗਾ। ਕੋਈ ਇੱਕ ਸੰਬੰਧੀ ਸੁਖ ਪਾਵਹਿ, ਕੋਈ ਇੱਕ ਅੱਧਾ ਸੰਬੰਧੀ ਜਿਹਨੂੰ ਸੋਝੀ ਹੋ ਆਵੇਗੀ ਚਰਨੀ ਲੱਗ ਕੇ ਸੁਖ ਪਾਵੇਗਾ। ਹੋਏ ਤਰੁਣ ਜਬ ਵਧੇ ਪ੍ਰਤਾਪਾ, ਜਦੋਂ ਹੋਣਗੇ ਜਵਾਨ ਤੇ ਵਧੇਗਾ ਇਹਨਾਂ ਦਾ ਵੱਡਾ ਪ੍ਰਤਾਪ। ਜਿਉ ਬਾਵਨ ਤ੍ਰੈ ਲੋਕਨ ਮਾਪਾ, ਏਡਾ ਵੱਡਾ ਪ੍ਰਤਾਪ ਬਾਬਾ ਕਾਲੂ ਜੀ ਛਾ ਜਾਵੇਗਾ। ਇਹ ਤਾਂ ਪ੍ਰਮਾਣ ਹੀ ਕਹਿੰਦੇ ਮੈਂ ਦੇ ਰਿਹਾ, ਜਿਵੇਂ 52 ਅਵਤਾਰ ਧਾਰ ਕੇ 2.5 ਕਦਮਾਂ 'ਚ ਸਾਰਾ ਬ੍ਰਹਿਮੰਡ ਨਾਪ ਦਿੱਤਾ ਸੀ ਨਾ, ਇਹ ਪ੍ਰਮਾਣ ਹੀ ਦੇ ਕੇ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ ਜਦੋਂ ਜਵਾਨ ਹੋਣਗੇ 4 ਕੁੰਟਾਂ ਵਿੱਚ ਇਹਨਾਂ ਦਾ ਵੱਡਾ ਪ੍ਰਤਾਪ ਛਾ ਜਾਵੇਗਾ। ਪੀਰ ਮੀਰ ਮਾਨਹਿਗੇ ਆਨਾ, ਵੱਡੇ ਵੱਡੇ ਮੁਸਲਮਾਨਾਂ ਦੇ ਪੀਰ, ਵੱਡੇ ਵੱਡੇ ਮੀਰ ਬਾਦਸ਼ਾਹ ਇਹਨਾਂ ਦੀ ਆਨ ਮੰਨਣਗੇ। ਝੁਕ ਜਾਵੇਗਾ ਸਾਰਾ ਸੰਸਾਰ ਇਹਨਾਂ ਦੇ ਅੱਗੇ। ਜੋ ਗੋਕਲ ਮਥੁਰਾ ਭਗਵਾਨਾ, ਕਹਿੰਦੇ ਆ ਪ੍ਰਮਾਣ ਦੇ ਕਰਕੇ ਕਿ ਜਿਵੇਂ ਗੋਕਲ ਦੇ ਅੰਦਰ ਮਥੁਰਾ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਦੀ ਬੜੀ ਵੱਡੀ ਉਸਤਤ ਤੇ ਵਡਿਆਈ ਹੋਈ, ਇਹ ਪੰਡਤ ਜੀ ਆਪਣੇ ਇਸ਼ਟ ਦੇਵ ਦਾ ਪ੍ਰਮਾਣ ਰੱਖ ਕਰਕੇ ਕੇਵਲ ਕਹਿ ਰਹੇ ਹੈ। ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵੱਡੀ ਤੋਂ ਵੱਡੀ ਜਨਾਉਣ ਵਾਸਤੇ ਕੇਵਲ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ। ਰਾਮਚੰਦ ਸੇ ਗੁਣ ਇਨ ਮਾਹੀ, ਕਿ ਸ਼੍ਰੀ ਰਾਮਚੰਦਰ ਜੀ ਵਰਗੇ ਇਹਨਾਂ ਵਿੱਚ ਗੁਣ ਜਿਹੜੇ ਸੁਤੇ ਹੀ ਪ੍ਰਗਟ ਹੋਣਗੇ। ਬ੍ਰਿਧ ਹੋਏ ਤਬ ਇਹੋ ਪਤਿਆਹੀ, ਤੇ ਜਦੋਂ ਇਹ ਵੱਡੇ ਹੋਣਗੇ ਉਦੋਂ ਇਹ ਸਭ ਗੁਣਾਂ ਨੂੰ ਤੁਸੀਂ ਪਹਿਚਾਣ ਲਵੋਗੇ, ਵੇਖ ਲਵੋਗੇ। ਹੋਏ ਅਚਾਰਜ ਬਿਆਸ ਸਮਾਨੇ, ਤੇ ਇਹੋ ਜੇ ਆਚਾਰਿਆ ਹੋਣਗੇ ਕਿ ਵੇਖੋ ਬਿਆਸ ਰਿਖੀ ਦਾ ਵੀ ਇੱਥੇ ਪ੍ਰਮਾਣ ਹੀ ਕੇਵਲ ਕਵਿਰਾਜ ਜੀ ਦੱਸ ਰਹੇ ਹੈ
ਕਿ ਪੰਡਤ ਹਰਦਿਆਲ ਜੀ ਜਿਨ੍ਹਾਂ ਨੂੰ ਵੱਡਿਆਂ ਜਾਣਦੇ ਆ ਉਹਨਾਂ ਦੇ ਪ੍ਰਮਾਣ ਦੇ ਕਰਕੇ ਕੇਵਲ ਕਹਿ ਰਹੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜੇ ਸਿੱਖ ਵੈ ਉਹ ਵੀ ਬਿਆਸ ਜੀ ਤੋਂ ਵੱਡੇ ਮਹਾਨ ਹੋਏ ਐ। ਅਵਤਾਰਾਂ ਤੋਂ ਵੱਡੇ ਤਾਂ ਮਹਾਰਾਜ ਦੇ ਸਿੱਖ ਹੋ ਗਏ ਨਾਮ ਦੀ ਕਮਾਈ ਕਰਕੇ। ਸਤਿਗੁਰੂ ਜੀ ਤਾਂ ਆਪ ਨਿਰੰਕਾਰ ਸਰੂਪ ਨੇ। ਮਹਾਰਾਜ ਦੀ ਵੱਡੀ ਵਡਿਆਈ ਵੱਡਿਆਂ ਦਾ ਦ੍ਰਿਸ਼ਟਾਂਤ ਦੇ ਕਰਕੇ ਕਹਿ ਰਹੇ ਹੈ ਕਿ ਵੱਡੇ ਆਚਾਰਿਆ ਹੋਣਗੇ, ਇਹਨਾਂ ਦੇ ਅੱਗੇ ਕਿਸੇ ਨੂੰ ਬਚਨ ਨਹੀਂ ਆਵੇਗਾ। ਮਾਨਵ ਧਨ ਜੇ ਮਨ ਕਰ ਮਾਨੇ, ਜਿਉ ਮਾਨਵ ਧਨ ਮਨੁੱਖ ਹੋਣਗੇ ਜਿਹੜੇ ਮਨ ਕਰਕੇ ਇਹਨਾਂ ਦੇ ਅੱਗੇ ਜਿਹੜਾ ਹੈ ਸੀਸ ਝੁਕਾਉਣਗੇ, ਇਹਨਾਂ ਦੇ ਉਪਦੇਸ਼ ਨੂੰ ਮਨ ਕਰਕੇ ਮੰਨਣਗੇ, ਉਹ ਧਨ ਮਨੁੱਖ ਹੋਣਗੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਪੰਡਤ ਹਰਦਿਆਲ ਜੀ ਨੇ ਸਰਦਾ ਦੇ ਦੇਣ ਲਈ ਇਹ ਬਚਨ ਕਹੇ ਹੈ। ਅੱਗੇ ਜਿਵੇਂ ਬਚਨ ਆਉਣਗੇ ਸਤਿਗੁਰਾਂ ਜੀ ਦੇ ਇਤਿਹਾਸ ਦੇ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਆਜੂ ਕਵੀਰਾਜ ਜੀ ਨੇ ਕਿਹਾ 5 ਸਾਲ ਦੀ ਹੋਈ ਹੈ। ਐਸਾ ਕੌਤਕ ਵਰਤਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਪਨ ਦੀ ਹੋਰ ਜਿਵੇਂ ਲੀਲਾ ਸਤਿਗੁਰਾਂ ਦੇ ਇਤਿਹਾਸ ਵਿੱਚ ਆਵੇਗੀ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹੋਏ ਆਚਾਰਜ ਬਿਆਸ ਸਮਾਨੇ, ਮਾਨਵ ਧਨ ਜੇ ਮਨ ਕਰ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन है सर्ब मैं, दुख भंजन गुण तास। हे संगी है निरंकार, हे निर्गुण सब टेक। हे गोबिंद है गुण निधान, जाकै सदा विवेक। हे अपरंपर हर हरे, है पी होवन हार। हे संत कै सदा संग, निधारा आधार। हे ठाकुर हूँ दासर, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो शरधा कर सेम दे, गुर पार उतारन हार। कथा निता प्रत होत है, सुनो सो सिंह सो जान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह।